ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੇਰੇ ਨਾਲ ਨੇ ਜਤਿੰਦਰ ਖੈਰਾ, ਮੈਂ ਹਾਂ ਸੰਜੀਵ ਯਸ਼ ਖੰਨਾ। ਸੋ ਇੱਕ ਮਾੜੀ ਘਟਨਾ ਤਾਂ ਵਾਪਰੀ ਸੀ, ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਆਪਣੇ ਵੱਖ-ਵੱਖ ਪ੍ਰੋਗਰਾਮਸ ਦੇ ਵਿੱਚ ਵੀ ਤੇ ਖਬਰਾਂ ਦੇ ਵਿੱਚ ਵੀ ਡਿਸਕਸ ਕੀਤਾ ਕਿ ਪੰਜਾਬੀ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ, ਫਿਰ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਨੇ, ਮਾਰ ਦਿੱਤਾ ਗਿਆ ਸਭ ਨੂੰ। ਸੋ ਮਾੜੀ ਘਟਨਾ ਵਾਪਰੀ ਹੈ। ਇਹਦੇ 'ਚ ਕੋਈ ਹੋਰ ਨਵੀਆਂ ਡਿਵੈਲਪਮੈਂਟਸ ਹੋਈਆਂ? ਕੋਈ ਫੜਿਆ ਗਿਆ, ਕੋਈ ਖੁਰਾ ਖੋਜ ਲੱਭਾ ਕਿਸੇ ਨੂੰ, ਕੋਈ ਗ੍ਰਿਫਤਾਰੀ ਤੋਂ ਬਾਅਦ? ਸੰਜੀਵ ਜੀ, ਪਹਿਲਾਂ ਜਿੱਦਣ ਨਹੀਂ ਫੜਿਆ ਸੀਗਾ, ਜਿੱਦਣ ਨਹੀਂ ਅਗਵਾ ਹੋਏ ਸੀਗੇ ਤੇ ਉਦੋਂ ਕਹਿੰਦੇ ਸੀ ਵੀ ਇੱਕ ਅਧਖੇੜ ਉਮਰ ਦਾ ਬੰਦਾ ਫੜਿਆ ਇਹਨਾਂ ਨੇ ਜੀ। ਉਸ ਤੋਂ ਬਾਅਦ ਉੱਥੇ ਡਿਵੈਲਪ ਨਹੀਂ ਕੀਤੀ। ਅਮਰੀਕਾ ਤੇ ਕੈਨੇਡਾ ਦੇ ਵਿੱਚ ਇਦਾਂ ਹੈ, ਜੇ ਕੋਈ ਫੜਿਆ ਵੀ ਜਾਂਦਾ ਨਾ, ਜਿਵੇਂ ਕੋਈ ਟ੍ਰੈਜਡੀ ਹੋ ਜਾਂਦੀ ਆ ਤੇ ਪਹਿਲੀ ਗੱਲ ਤੇ ਉਹ ਨਾ ਛੇਤੀ ਰਿਵੀਲ ਨਹੀਂ ਕਰਦੇ ਵੀ ਕੌਣ ਉੱਥੇ ਜਿਹੜਾ ਆ ਉਹਦੇ ਨਾਲ ਮਿਸ ਹੈਪਨਿੰਗ ਹੋਈ ਆ, ਕੌਣ ਸੰਬੰਧਿਤ ਹੈਗਾ। ਹਾਂ, ਤੇ ਇੱਥੇ ਆਪਣੇ ਵਾਂਗੂ ਨਹੀਂ ਹੈਗਾ ਵੀ ਮੀਡੀਆ ਫੱਟ ਪਹੁੰਚ ਕੇ ਤਾਂ ਸਾਰੀ ਰੈਵਲੇਸ਼ਨ ਹੋ ਗਈ ਆ। ਪਰ ਅੱਜ ਜੋ ਮੀਡੀਆ ਦੀਆਂ ਰਿਪੋਰਟਾਂ ਉੱਥੇ ਜਿਹੜੀਆਂ ਨੇ ਨਸ਼ਰ ਹੋਈਆਂ, ਉਹ ਇਹ ਕਹਿੰਦੀਆਂ ਨੇ ਵੀ ਜਿਹੜਾ ਇਹਨਾਂ ਚਾਰ ਜੀਆਂ ਨੂੰ ਮਾਰਨ ਵਾਲਾ ਆ, ਉਹ ਕਿਤੇ ਨਾ ਕਿਤੇ ਇਸ ਪਰਿਵਾਰ ਦਾ ਜਾਣੂ ਸੀਗਾ। ਉਹ ਪਰਿਵਾਰ ਦੇ ਨਾਲ ਪਹਿਲਾਂ ਕੰਮ ਕਰਦਾ ਹੁੰਦਾ ਸੀਗਾ ਤੇ ਉਹਦੀ ਕੋਈ ਆਪਸ 'ਚ ਹੀ ਅਣਬਣ ਸੀਗੀ। ਇਸ ਕਰਕੇ ਉਸ ਅਣਬਣ ਨੂੰ ਪਗਾਉਣ ਦੇ ਚੱਕਰ ਦੇ ਵਿੱਚ ਉਹਨੇ ਇਹਨਾਂ ਚਾਰ ਜੀਆਂ ਨੂੰ ਜਿਹੜਾ ਆ ਮੌਤ ਦੇ ਘਾਟ ਉਤਾਰ ਦਿੱਤਾ। ਹਾਲਾਂਕਿ ਪੁਲਿਸ ਨੇ ਕਹਿੰਦੇ ਆ ਵੀ ਸੰਮਨ ਜਾਰੀ ਕਰ ਲਏ ਨੇ ਔਰ ਉਹ ਬਸ ਵੀ ਅੱਜ ਸ਼ਾਮ ਤੱਕ ਜਿਹੜੀ ਆ ਉਹ ਫੜੋ ਵੀ ਹੋ ਜਾਣੀ, ਚੁੱਕ ਲੈਣਗੇ, ਫੜੋ ਹੋ ਜਾਊਗੀ। ਮੈਂ ਉਹੀ ਗੱਲ ਆ ਵੀ ਇੱਥੇ ਇਹ ਇੱਕ ਖਬਰ ਤੇ ਆ ਗਈ ਆ ਹਨਾ, ਪਰ ਉੱਥੇ ਹੁਣ ਇੰਨੀ ਛੇਤੀ ਰੈਵਲੇਸ਼ਨ ਨਹੀਂ ਹੁੰਦਾ ਕਿਸੇ ਗੱਲ ਦਾ ਵੀ ਕੌਣ ਫੜ ਲਿਆ, ਕਿਦੋਂ ਚਾਰਜ, ਜਦੋਂ ਤੱਕ ਚਾਰਜ ਪ੍ਰੂਵ ਨਹੀਂ ਹੁੰਦੇ। ਉਹਨਾਂ ਨੂੰ ਲੱਗਦਾ ਵੀ ਜਦੋਂ ਤੱਕ ਸਾਡੇ ਕੋਲ ਸਟਰੋਂਗ ਮੋਟਿਵਸ ਨਹੀਂ ਹੈਗਾ ਜਾਂ ਸਟਰੋਂਗ ਮੋਟਿਵ ਕਲੀਅਰ ਨਹੀਂ ਹੁੰਦਾ, ਉਹਨੂੰ ਤੱਕ ਅਸੀਂ ਜਨਤਕ ਨਹੀਂ ਕਰਨਾ ਹੈਗਾ। ਹਿਊਮਨ ਰਾਈਟਸ ਦੀ ਜਿਹੜੀ ਆ ਇਹ ਬਹੁਤ ਉੱਥੇ ਜਿਹੜੀ ਆ ਨਾ ਦੇਖਿਆ ਜਾਂਦਾ। ਤੇ ਇਸੇ ਕਰਕੇ ਬੜੇ ਵੱਡੇ ਕੇਸ ਵੀ ਹੁੰਦੇ ਜਦੋਂ ਕਿਸੇ ਦਾ ਹਿਊਮਨ ਰਾਈਟ ਵਾਇਲੇਟ ਹੋ ਜਾਵੇ ਨਾ, ਤੇ ਉਸ ਰਾਈਟ ਨੂੰ ਅਸੀਂ ਕਹਿੰਦੇ ਆ ਵੀ ਉਹ ਜਦੋਂ ਵਾਇਲੇਟ ਹੁੰਦਾ ਤਾਂ ਫਿਰ ਅਸੀਂ ਉਹਨੂੰ ਬੜੇ ਵੱਡੇ ਮਾਮਲਿਆਂ ਦੇ ਵਿੱਚ ਜ਼ਮਾਨਤ ਮਿਲ ਜਾਂਦੀ ਆ। ਚੈਲੰਜ ਕਰ ਦਿੰਦਾ ਉਹ ਵੀ ਜਾ ਕੇ ਕੋਰਟ 'ਚ, ਚੈਲੰਜ ਕਰ ਦਿੰਦਾ ਵੀ ਕੋਰਟ 'ਚ ਵੀ ਮੇਰਾ ਹਿਊਮਨ ਰਾਈਟ ਇਹਨਾਂ ਨੇ ਵਾਇਲੇਟ ਕੀਤਾ ਆ, ਵੀ ਮੈਂ ਜਿਹੜਾ ਆ ਮੈਂ ਇੱਦਾਂ ਸੀ, ਇਸ ਹਾਲਾਤਾਂ ਦੇ ਵਿੱਚ ਸੀਗਾ। ਇਹ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਦੇਖਣ ਵਾਲੀਆਂ ਹੁੰਦੀਆਂ। ਬਿਲਕੁਲ ਠੀਕ ਆ। ਚਲੋ ਜੋ ਵੀ ਹੋਵੇ, ਅੱਗੇ ਡਿਵੈਲਪਮੈਂਟਸ ਹੋਣ। ਵੈਸੇ ਇੱਕ ਗੱਲ ਹੈ ਕਿ ਡਿਵੈਲਪਮੈਂਟਸ ਹੋਣਗੀਆਂ, ਕੋਈ ਫੜਿਆ ਗਿਆ, ਸਜ਼ਾ ਵੀ ਹੋ ਗਈ, ਪਰ ਜੋ ਨੁਕਸਾਨ ਹੋਣਾ ਸੀ, ਜੋ ਜਾਨਾਂ ਜਾਣੀਆਂ ਸੀ, ਉਹਦਾ ਚਲੀਆਂ ਗਈਆਂ, ਉਹਨੂੰ ਉੱਤੇ ਘਾਟਾ ਪੈ ਗਿਆ। ਹਾਂਜੀ। ਔਰ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਰਿਸ਼ਤੇਦਾਰ ਰੋਂਦੇ ਨੇ, ਕਿਉਂਕਿ ਉਹ ਤਾਂ ਹੁਣ ਰੋਣਾ ਹੀ ਪੱਲੇ ਪੈਣਾ ਹੋਰ ਸਾਰੀ ਉਮਰ ਦੇ ਵਾਸਤੇ, ਹੋਰ ਕੀ ਹੈ। ਪਰ ਇਹ ਜੋ ਵੀ ਹੋਇਆ ਮੰਦਭਾਗਾ ਹੋਇਆ ਹੈ। ਕਈ ਇੱਦਾਂ ਦੇ ਐਲੀਮੈਂਟਸ ਮੌਜੂਦ ਹੁੰਦੇ ਨੇ ਸਮਾਜ ਦੇ ਵਿੱਚ ਜੋ ਆਪ ਮਿਹਨਤ ਕਰਨ ਦੀ ਬਜਾਏ ਦੂਜਿਆਂ ਨੂੰ ਖਾਣਾ ਜ਼ਿਆਦਾ ਪਸੰਦ ਕਰਦੇ ਨੇ, ਦੂਜਿਆਂ ਨੂੰ ਲੁੱਟਣਾ ਜ਼ਿਆਦਾ ਪਸੰਦ ਕਰਦੇ ਨੇ, ਅਤੇ ਝਗੜੇਬਾਜ਼ੀ ਇੱਥੇ ਹੱਦ ਤੱਕ ਵੱਧ ਜਾਂਦੀ ਹੈ ਕਿ ਪੂਰੇ ਦੇ ਪੂਰੇ ਪਰਿਵਾਰ ਨੂੰ, ਇੱਥੋਂ ਤੱਕ ਕਿ ਛੋਟੀ ਜਿਹੀ ਬੱਚੀ ਨੂੰ ਵੀ ਤੁਸੀਂ ਮਾਰ ਦਿਓ। ਇਨਸਾਨੀਅਤ ਕਿੱਥੇ ਚਲੀ ਗਈ ਇਨਸਾਨ ਦੀ? ਇਹ ਵੈਸੇ ਸੋਚਣ ਦੀ ਗੱਲ ਹੈ। ਇੱਕ ਹੋਰ ਵੀ ਕੇਸ ਆਇਆ ਹੈ ਕਿ ਇੱਕ ਸਹੁਰਾ ਸਾਹਿਬ ਨੇ ਆਪਣੀ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਉਹ ਵੀ ਅਮਰੀਕਾ ਦੀ ਧਰਤੀ ਤੋਂ ਹੀ। ਇਹ ਬਾਕੀ ਇਹ ਸੇਮ ਏਰੀਆ ਕੈਲੀਫੋਰਨੀਆ ਏਰੀਆ ਆ, ਔਰ 74 ਸਾਲਾਂ ਦੇ ਜਿਹੜੇ ਨੇ, ਸ਼ੀਤਲ ਦੁਸਾਂਝ ਕਰਕੇ ਨਾਮ ਹੈ ਇਹਨਾਂ ਦਾ। ਔਰ ਖਬਰ ਇਹ ਜਿਹੜੀ ਅਮਰੀਕਾ ਤੋਂ ਆਉਂਦੀ ਆ। ਤੁਸੀਂ ਦੇਖਿਆ ਹੋਊਗਾ ਵੀ ਥੋੜੇ ਚਿਰ ਪਹਿਲਾਂ ਸਾਡੇ ਕੋਲੇ ਮਨਦੀਪ ਦੀ ਖਬਰ ਆਈ ਸੀਗੀ। ਹਾਂਜੀ। ਕਿ ਮਨਦੀਪ ਆਪਣੇ ਘਰ ਦੇ ਵਿੱਚ ਜਿਹੜੀ ਉਹ ਕਹਿੰਦੀ ਆ। ਫਿਰ ਤੁਸੀਂ ਪਾਕਿਸਤਾਨ ਦੀਆਂ ਦੀ ਬੜੀਆਂ ਖਬਰਾਂ ਸੁਣਦੇ ਹੁੰਦੇ। ਅਸੀਂ ਇੱਕ ਵਾਰ ਇੱਕ ਪਾਕਿਸਤਾਨ ਦੀ ਉਹ ਖਬਰ ਸੁਣੀ ਕਿ 100 ਕਿਲੋਮੀਟਰ ਗੱਡੀ ਖਰੇ ਚਲਾ ਕੇ, ਖਰੇ 200-300 ਕਿਲੋਮੀਟਰ ਗੱਡੀ ਚਲਾ ਕੇ ਇੱਕ ਪਾਕਿਸਤਾਨੀ ਸ਼ੌਹਰ ਜਿਹੜਾ ਸੀ, ਪਾਕਿਸਤਾਨੀ ਘਰ ਵਾਲਾ ਜਿਹੜਾ ਸੀਗਾ, ਆਪਣੀ ਘਰ ਵਾਲੀ ਨੂੰ ਮਾਰਨ ਗਿਆ। ਇਸ ਕਰਕੇ ਕਿ ਉਹ ਡਿਵੋਰਸ ਦਾ ਕੇਸ ਚੱਲਦਾ ਪਿਆ ਸੀਗਾ। ਉਹਦੀ ਘਰ ਵਾਲੀ ਜਿਹੜੀ ਸੀਗੀ ਥੋੜ੍ਹੀ ਉਹਦੇ ਖਿਆਲ ਵੱਖਰੇ ਸੀਗੇ, ਉਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਬਣਾਉਂਦੀ ਸੀਗੀ, ਤੇ ਉਹਨੂੰ ਮਤਲਬ ਖੁੱਲੀ ਜ਼ਿੰਦਗੀ ਜੀਣ ਦੀ ਪਸੰਦ ਸੀਗੀ। ਹਾਲਾਂਕਿ ਉਹਦੇ ਵਿੱਚ ਉਹ ਕੋਈ ਗਲਤ ਚੀਜ਼ ਨਹੀਂ ਸੀ ਕਰ ਰਹੀ, ਨਾ ਉਹ ਨੰਗੇਜ਼ਵਾਦ ਸੀਗਾ, ਨਾ ਕੁਝ ਹੋਰ ਸੀਗਾ। ਉਹ ਆਪਣੀ ਜ਼ਿੰਦਗੀ ਜਿਉਂਦੀ ਸੀ, ਆਪਣੀ ਜ਼ਿੰਦਗੀ ਨੂੰ ਆਪਣੇ ਐਕਸਪ੍ਰੈਸ ਕਰਦੀ ਸੀਗੀ। ਹੁਣ ਅਸੀਂ ਇੱਥੋਂ ਤੋਂ ਅਮਰੀਕਾ ਚਲੇ ਗਏ ਹਾਂ, ਆਪਣੇ ਵਤਨ ਨੂੰ ਛੱਡ ਕੇ ਅਸੀਂ ਅਮਰੀਕਾ ਚਲੇ ਗਏ ਹਾਂ। ਪਰ ਕਹਿੰਦੇ ਹੁੰਦੇ ਨਾ ਵੀ ਜਿਹੜਾ ਸਾਡੇ ਘਰ ਦੇ ਕਿਸੇ ਕਹਿੰਦੇ ਹੁੰਦੇ, ਕਿਉਂਕਿ ਹੁਣ ਦੇਖੋ ਸਾਡਾ ਤਾਂ ਵਾਹ ਜ਼ਿਆਦਾ ਨਹੀਂ ਪੈਂਦਾ, ਤੇ ਉਹ ਰਿਸ਼ਤੇਦਾਰ ਜਿਹੜੇ ਸਾਡੇ ਇੰਗਲੈਂਡ ਤੋਂ ਆਉਂਦੇ ਨਾ, ਤੇ ਉਹ ਇੱਕ ਗੱਲ ਜ਼ਰੂਰ ਮੇਰੇ ਘਰ ਦੇ ਕਹਿੰਦੇ ਹੁੰਦੇ ਵੀ ਜਿਹੜਾ ਇਹ ਤੁਹਾਡਾ 70 'ਚ ਗਿਆ ਸੀ, 80 'ਚ ਗਿਆ ਸੀ, ਜਿਹੜਾ 90 'ਚ ਗਿਆ ਸੀ, ਉਹ ਉੱਥੇ ਹੀ ਖੜਾ ਆ। ਉਹਨੂੰ ਲੱਗਦਾ ਪੰਜਾਬ ਵੀ ਖਰੇ ਉੱਥੇ ਹੀ ਖੜਾ ਆ ਜਿੱਥੇ ਵੀ ਉਹ ਉੱਥੇ ਚਲਾ ਗਿਆ। ਹੁਣ ਸਪੋਜ਼ ਕੋਈ 90 ਦੇ ਦਹਾਕੇ ਦੇ ਵਿੱਚ ਇੰਗਲੈਂਡ ਜਾ ਕੇ ਸੈਟਲ ਹੋ ਗਿਆ, ਤੇ ਉਹ ਜਦੋਂ ਪੰਜਾਬ ਮੁੜ ਕੇ ਆਉਂਦਾ ਨਾ, ਉਹਨੂੰ 90 ਦੇ ਦਹਾਕੇ ਵਾਲੀਆਂ ਗੱਲਾਂ ਲੱਗਦੀਆਂ। ਉਹਨੂੰ ਲੱਗਦਾ ਪੰਜਾਬ 90 ਦੇ ਦਹਾਕੇ ਵਾਲਾ ਰਹਿ ਗਿਆ, ਜਦ ਕਿ ਇਸ ਪੰਜਾਬ ਤੇ ਹੁਣ ਕਿਉਂਕਿ ਅਸੀਂ ਦੇਖਦੇ ਹਾਂ ਵੀ ਦੁਆਬੇ ਵਾਲੇ ਰੀਜਨ ਦੇ ਵਿੱਚੋਂ ਤਾਂ ਹਰ ਕੋਈ ਬੰਦਾ, ਹਰ ਇੱਕ ਘਰ 'ਚੋਂ ਬੰਦਾ ਇੰਗਲੈਂਡ ਕੈਨੇਡਾ ਸੈੱਟ ਆ। ਉਹ ਸਾਈਕੀ ਬਦਲ ਜਾਂਦੀ ਆ ਨਾ। ਤੁਹਾਡੇ ਕੋਲ 4 ਪੈਸੇ ਹੋਣ, ਤੁਸੀਂ ਵੈਸੇ ਹੀ ਪੈਸੇ ਦਾ ਹੁਸਨ ਬਹੁਤ ਹੁੰਦਾ ਹੈ, ਤੁਸੀਂ ਨਵੇਂ ਬ੍ਰਾਂਡ ਪਾਉਣੇ ਸ਼ੁਰੂ ਕਰ ਦਿੰਦੇ ਆ, ਤੁਹਾਡਾ ਜਿਹੜਾ ਐਕਸਪੋਜ਼ਰ ਆ ਉਹ ਵੱਡਾ ਹੋ ਜਾਂਦਾ ਆ, ਦੁਨੀਆ ਨੂੰ ਦੇਖਣ ਦਾ ਆਪਣਾ ਨਜ਼ਰੀਆ ਬਦਲ ਜਾਂਦਾ ਆ।
ਪਰ ਉਹਨਾਂ ਨੂੰ ਲੱਗਦਾ ਕਿ ਅਸੀਂ ਉੱਥੇ ਖੜੇ ਆ। ਨਾਲੇ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਨਾ ਕਿ ਜਦੋਂ ਅਸੀਂ ਅਮਰੀਕਾ ਦੀ ਧਰਤੀ ਤੋਂ ਵਾਪਸ ਆਪਣੇ ਪਿੰਡ ਜਾਵਾਂਗੇ ਤਾਂ ਲੋਕ ਸਾਨੂੰ ਸਾਰੇ ਹੱਥੀ ਛਾਵਾਂ ਕਰਨਗੇ ਕਿ ਕੋਈ ਸੈਲੀਬ੍ਰਿਟੀ ਆ ਗਿਆ। ਉਸੇ 90 ਵਾਲੇ ਦਹਾਕੇ 'ਚ ਹੀ ਹੁੰਦੇ ਬਿਲਕੁਲ ਸਹੀ ਹੈ ਕਿ ਜਦੋਂ ਕੋਈ ਟਾਮਾ ਜਾਂਦਾ ਸੀ ਤੇ ਉਧਰੋਂ ਟਰੈਕ ਸੂਟ ਪੂਰਾ ਪਾ ਕੇ ਆ ਜਾਂਦਾ ਸੀ ਤਾਂ ਸਾਰਾ ਪਿੰਡ ਵੇਖਦਾ ਸੀ ਵੀ ਨਵਾਂ ਟਰੈਕ ਸੂਟ ਪਾਇਆ ਉਹਨੇ। ਹੁਣ ਤਾਂ ਬਦਲ ਗਿਆ ਸੰਜੀਵ ਜੀ, ਮਾਹੌਲ ਬਦਲ ਗਿਆ, ਬਹੁਤ ਬਦਲ ਗਿਆ। ਹੁਣ ਅਸੀਂ ਹੁਣ ਇੰਨਾ ਨਹੀਂ ਦੇਖਦੇ ਕੋਈ ਬਾਹਰੋਂ ਆਉਂਦਾ, ਕਿਉਂਕਿ ਨਿੱਤ ਦੂਏ ਦਿਨ ਤੇ ਬਾਹਰੋਂ ਕਿਸੇ ਨੇ ਆਉਣਾ ਹੁੰਦਾ। ਮੈਨੂੰ ਯਾਦ ਆ ਸਾਡੇ ਚਾਚਾ ਜੀ ਆਉਂਦੇ ਹੁੰਦੇ ਸੀ ਬਾਹਰੋਂ ਤੇ ਪੂਰਾ ਮਹੱਲਾ ਉਹਨਾਂ ਨੂੰ ਮਿਲਣ ਆਉਂਦਾ ਹੁੰਦਾ ਸੀ। ਜਿੱਦਣ ਉਹਨਾਂ ਨੇ ਆਉਣਾ ਸੀ ਉਧਰ ਗੱਡੀ ਆਉਂਦੀ ਹੁੰਦੀ ਸੀ ਪਿੰਡ 'ਚ, ਕਿਉਂਕਿ ਟਾਵੀਆਂ ਗੱਡੀਆਂ ਆਉਂਦੀਆਂ ਹੁੰਦੀਆਂ ਸੀ ਤੇ ਉਹ ਦਿਨ ਵੱਖਰੇ ਸੀਗੇ। ਹੁਣ ਉੱਦਾਂ ਨਹੀਂ ਹੈਗਾ। ਮੇਰੀਆਂ ਇਹ ਸਾਰੀਆਂ ਗੱਲਾਂ ਕਰਨ ਦਾ ਮਕਸਦ ਪਤਾ ਕੀ ਹੈ ਕਿ ਸਾਈਕੀ ਨਹੀਂ ਬਦਲੀ ਇਹਨਾਂ ਦੀ, ਜਿਹਨੂੰ ਅਸੀਂ ਕਹਿੰਦੇ ਨਾ ਵੀ ਸਾਈਕੀ ਨਹੀਂ ਬਦਲੀ। ਹੁਣ ਆਹ ਜਿਹੜੀ ਸ਼ੀਤਲ ਦੋਸਾਂਝ ਉਹਨਾਂ ਨੇ ਆਪਣੀ ਨੂੰਹ ਨੂੰ ਗੋਲੀ ਮਾਰੀ ਆ, ਇਹਨਾਂ ਨੇ ਉੱਥੇ ਗੋਲੀ ਮਾਰੀ, ਕਿਸੇ ਵਾਲਮਾਰਟ 'ਚੋਂ ਕੰਮ ਕਰਦੀ ਸੀ, ਉੱਥੇ ਹੀ ਜਾ ਕੇ ਉਹਦੀ ਪਾਰਕਿੰਗ 'ਚ ਉਹਨੂੰ ਗੋਲੀ ਮਾਰ ਦਿੱਤੀ ਆ। ਹੁਣ ਕਾਰਨ ਪਿੱਛੇ ਕੀ ਸੀ? ਉਹ ਇਹਨਾਂ ਦੇ ਮੁੰਡੇ ਤੋਂ ਤਲਾਕ ਲੈਣ ਦੀਆਂ ਗੱਲਾਂ ਕਰਦੀ ਸੀ। ਤਲਾਕ ਦਾ ਕੇਸ ਵੀ ਕੋਈ ਚੱਲਦਾ ਸੀ ਕਿ ਨਹੀਂ ਚੱਲਦਾ ਸੀਗਾ, ਪਰ ਸਿਰਫ ਕਾਰਨ ਇੰਨਾ ਸੀ ਕਿ ਉਹਨਾਂ ਦੇ ਮੁੰਡੇ ਤੋਂ ਤਲਾਕ ਮੰਗਦੀ ਸੀ, ਇਸ ਕਰਕੇ ਉਹਨੂੰ ਗੁੱਸਾ ਸੀਗਾ। ਵੀ ਕਿੱਡੀ ਕੁ ਵੱਡੀ ਗੱਲ, ਤੁਸੀਂ ਉਹ ਪੱਛਮੀ ਦੇਸ਼ 'ਚ ਰਹੇ ਨੇ ਜਿੱਥੇ 6 ਤਲਾਕ ਹੋਣ ਤੋਂ ਬਾਅਦ ਫਿਰ ਘਰ ਵੱਸਦੇ ਨੇ। 4 ਨਿਆਣੇ ਪਿਛਲੇ ਵਿਆਹ ਦੇ ਹੁੰਦੇ, 2 ਨਿਆਣੇ ਅਗਲੇ ਵਿਆਹ ਦੇ ਹੁੰਦੇ, 3 ਨਿਆਣੇ ਅਗਲੇ ਵਿਆਹ ਦੇ ਹੁੰਦੇ ਆ। ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਪਿਓ ਤੋਂ ਕਿਹੜਾ, ਮਤਲਬ ਇਦਾਂ ਦੇ ਹੈ ਨਾ। ਐਕਚੁਅਲੀ ਕਲਚਰਲ ਵੈਲਿਊਜ਼ ਨੇ, ਕਲਚਰ ਵੈਲਿਊਜ਼ ਸਾਡੇ ਇੱਥੇ ਹਾਂਜੀ ਹਾਂ। ਦੇਖੋ ਇਹਨਾਂ ਨੂੰ ਵੈਲਿਊਜ਼ ਨਹੀਂ ਆਪਾਂ ਕਹਿੰਦੇ ਵੀ ਤੁਸੀਂ ਪੱਛਮੀ ਦੇਸ਼ 'ਚ ਦੇਖੋ ਨਾ, ਦੋ ਬੰਦਿਆਂ ਦੀ ਨਹੀਂ ਨਿਭੀ ਕੁੱਤ ਕਲੇਸ਼ ਹੋਣ ਨਾਲੋਂ ਆਪਾਂ ਕਹਿੰਦੇ ਆ ਵੀ ਇੱਕ ਦੋ ਦੂਜੇ ਦੇ ਜੁੰਡੇ ਪੱਟਣ ਨਾਲੋਂ ਤਾਂ ਚੰਗਾ ਆ ਵੀ ਉਹ ਇੱਕ ਸ਼ਾਂਤੀ ਦੇ ਨਾਲ ਰਹਿਣ, ਮਿਊਚੁਅਲ ਨਾਲ ਨਾ ਡਾਈਵੋਰਸ ਲੈ ਲਓ। ਪਰ ਸਾਡੇ ਲੋਕਾਂ ਦੀ, ਅਸੀਂ ਪੱਛਮੀ ਦੇਖੋ, ਤੁਸੀਂ ਅਮਰੀਕਾ ਆਪਾਂ ਕਹਿੰਦੇ ਆ ਵੀ ਬੜਾ ਮਾਡਰਨ ਦੇਸ਼ ਆ, ਉਸ ਦੇਸ਼ ਦੇ ਵਿੱਚ ਜਾ ਕੇ ਵੀ ਜੇ ਸਾਈਕੀ ਨਹੀਂ ਬਦਲੀ ਤਾਂ ਫਿਰ ਅਸੀਂ ਕੀ ਕਹਿ ਲਾਂਗੇ। ਇੱਥੇ ਅਸੀਂ ਮਨਦੀਪ ਦੇ ਕੇਸ ਦੀ ਗੱਲ ਕਰਦੇ ਸੀਗੇ ਵੀ ਮਨਦੀਪ ਹੁਣਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਵਿਆਖਿਆ ਤਾਂ ਕਰ ਲਈ ਉਹਦੀ ਵੀ ਇੰਨੇ ਸਾਲ ਕੁੜੀ ਨੇ ਸਹਿ ਲਿਆ, ਪਰ ਹੁਣ ਜਦੋਂ ਦੱਸਤਾ ਸੀ ਸੋਸ਼ਲ ਮੀਡੀਆ ਤੇ ਤਾਂ ਐਟਲੀਸਟ 2-3 ਦਿਨ ਤਾਂ ਵੇਟ ਕਰ ਲੈਂਦੀ। ਐਕਚੁਅਲੀ ਗੱਲ ਇਹ ਹੈ ਨਾ ਕਿ ਜਦੋਂ ਅਸੀਂ ਅੱਜ ਕੱਲ੍ਹ ਦਾ ਮਾਡਰਨ ਜ਼ਮਾਨਾ ਦੇਖਦੇ ਹਾਂ ਤਾਂ ਇੱਕ ਟ੍ਰੈਂਡ ਆ ਕਿ ਪਿਛਲੀਆਂ ਸਾਰੀਆਂ ਮਾਨਤਾਵਾਂ ਨੂੰ ਤੋੜ ਦਿਓ, ਟ੍ਰੈਡੀਸ਼ਨਲ ਵੈਲਿਊਜ਼ ਤੋੜ ਦਿਓ, ਇੱਕ ਨਵੀਂ ਲਾਈਫ ਲੈ ਕੇ ਆਓ। ਉਹ ਵੈਲਿਊ ਸਿਸਟਮ ਸਾਨੂੰ ਨਹੀਂ ਚਾਹੀਦਾ, ਮੋਰਲ ਵੈਲਿਊ ਸਾਨੂੰ ਨਹੀਂ ਚਾਹੀਦੀਆਂ, ਇੱਕ ਨਵੀਂ ਸਿਸਟਮ ਲੈ ਕੇ ਆਓ। ਲੇਕਿਨ ਇਹ ਨਹੀਂ ਹੋ ਸਕਦਾ। ਸਾਇੰਸ ਹੈ, ਚਲੋ ਟੈਕਨੋਲੋਜੀ ਹੈ, ਚਲੋ ਠੀਕ ਹੈ, ਲੇਕਿਨ ਸਾਇੰਸ ਐਂਡ ਟੈਕਨੋਲੋਜੀ ਦੇ ਸਿਰ ਦੇ ਉੱਤੇ ਜ਼ਿੰਦਗੀ ਨਹੀਂ ਚੱਲਦੀ ਹੁੰਦੀ, ਜ਼ਿੰਦਗੀ ਮੋਰਲ ਵੈਲਿਊਜ਼ ਦੇ ਉੱਤੇ ਚੱਲਦੀ ਹੁੰਦੀ ਹੈ। ਆਫਟਰ ਆਲ ਇਨਸਾਨ ਨੂੰ ਇੱਕ ਮਾਨਸਿਕ ਸ਼ਾਂਤੀ ਚਾਹੀਦੀ, ਪਿਆਰ ਚਾਹੀਦਾ, ਉਹਨੂੰ ਇੱਕ ਫੈਮਿਲੀ ਚਾਹੀਦੀ ਆ। ਮੈਂ ਤੁਹਾਨੂੰ ਦੱਸਦਾ ਸੰਜੀਵ ਜੀ, ਇਹ ਮੇਰੇ ਨਾਲ ਵੀ ਇਦਾਂ ਹੀ ਹੋਇਆ। ਮੈਂ ਹਾਲੇ ਤੱਕ ਇਹੀ ਸਮਝਦਾ ਸੀ ਵੀ ਤੁਹਾਡੀ ਮੋਨੀਟਰੀ ਥਿੰਗਸ ਜਿਹੜੀਆਂ ਤੁਹਾਡੇ ਕੋਲੇ ਆ, ਮਟੀਰੀਅਲਿਸਟਿਕ ਥਿੰਗਸ ਜਿਹੜੀਆਂ ਤੁਹਾਡੇ ਕੋਲੇ ਆ, ਇਕਨੋਮਿਕਲੀ ਜਿਹੜੀਆਂ ਚੀਜ਼ਾਂ ਤੁਹਾਡੇ ਕੋਲੇ ਆ, ਉਹ ਬਹੁਤ ਮੈਟਰ ਕਰਦੀਆਂ। ਚਲੋ ਆਪਾਂ ਮੀਡੀਆ ਦੇ ਵਿੱਚ ਆ, ਮਤਲਬ ਬੜੀ ਇੱਜ਼ਤ ਦੇ ਨਾਲ ਅਸੀਂ ਪੈਸੇ ਕਮਾਉਂਦੇ ਆ ਨਾ, ਬੜੇ ਚੰਗੀ ਚੀਜ਼ਾਂ ਨੇ। ਪਰ ਫਿਰ ਮੈਨੂੰ ਲੱਗਦਾ ਸੀਗਾ ਵੀ ਹੌਲੀ ਹੌਲੀ ਮੈਂਟਲਨੈਸ ਜਿਹੜਾ ਨਾ, ਮੈਂਟੈਲਿਟੀ ਜਿਹੜੀ ਮੈਂਟਲ ਪੀਸ ਆ, ਤੁਸੀਂ ਖੋਨੇ ਜਾਣੇ ਰਹਿੰਦੇ ਆ ਜਿੱਦਾਂ ਤੁਸੀਂ ਨਾ ਚੀਜ਼ਾਂ ਪਿੱਛੇ ਨੱਠਦੇ ਨੇ, ਕਿਉਂਕਿ ਤੁਸੀਂ 24/7 ਔਨ ਹੁੰਦੇ ਆ। ਤੁਹਾਨੂੰ ਕੀ ਦੀਦਾ? ਨਿਊਜ਼ ਦੀਦੀ ਹਰ ਬੰਨੇ, ਕਿਉਂਕਿ ਸਾਡਾ ਧੰਦਾ ਉੱਦਾਂ ਦਾ ਨਾ, ਨਿਊਜ਼ ਦੀਦੀ ਆ। ਤੇ ਉਹ ਚੀਜ਼ ਕਰਦੇ ਅਸੀਂ ਇੰਨੇ ਇਨਸੈਂਸਿਟਿਵ ਹੋ ਜਾਂਦੇ ਆ, ਫਿਰ ਸਾਨੂੰ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੇ ਘਰ ਵੀ ਡਿਸਕਸ ਹੁੰਦੀਆਂ ਹੋਣ। ਤੇ ਉਹ ਮੈਨੂੰ ਲੱਗਦਾ ਸੀਗਾ ਵੀ ਵਾਕਈ ਜਿਹੜੀਆਂ ਕਦਰਾਂ, ਉਹਦੇ ਨਾਲ ਨਾ ਸਾਡੀ ਜ਼ਿੰਦਗੀ ਦੇ ਵਿੱਚ ਇੰਬੈਲੈਂਸਨੈਸ ਆ ਜਾਂਦਾ। ਮੈਂ ਬੜਾ ਸ਼ਾਰਟ ਹਾਈਪਰ ਹੋ ਗਿਆ, ਛੋਟੀ ਗੱਲ ਤੇ ਰਿਐਕਟ ਕਰਨਾ, ਮੈਂ ਹੀ ਸਹੀ ਆ ਇਹ ਲੱਗਣਾ, ਕੋਈ ਖਬਰ ਬ੍ਰੇਕ ਹੋਈ ਤਾਂ ਮੈਨੂੰ ਪਤਾ ਜ਼ਰੂਰ ਹੋਣੀ ਚਾਹੀਦੀ ਆ, ਜਦ ਕਿ ਇਦਾਂ ਦਾ ਕੁਝ ਨਹੀਂ ਹੁੰਦਾ। ਜ਼ਿੰਦਗੀ ਬਹੁਤ ਸੋਹਣੀ ਆ, ਇਹਦੇ ਵਿੱਚ ਜਿਹੜਾ ਠਰਾਅ ਆ, ਜਿਹਨੂੰ ਅਸੀਂ ਕਹਿੰਦੇ ਆ ਨਾ ਵੀ ਰੁਕਣਾ ਵੀ ਬਹੁਤ ਸੋਹਣਾ ਆ। ਮਤਲਬ ਉਹ ਰੁਕਣਾ ਨਹੀਂ, ਜਿਹਨੂੰ ਕਹਿੰਦੇ ਹੁੰਦੇ ਅਸੀਂ ਵੀ ਇੱਕ ਥਾਂ ਦੇ ਉੱਤੇ ਬਹਿ ਕੇ ਕੁਦਰਤ ਦਾ ਨਜ਼ਾਰਾ ਲੈਣਾ ਨਾ, ਬਹੁਤ ਸੋਹਣੀ ਚੀਜ਼ ਆ ਇਹ। ਗੱਲ ਇਹੀ ਹੈ ਨਾ ਕਿ ਲਾਈਫ ਨੂੰ ਕਿੱਦਾਂ ਤੁਸੀਂ ਮੀਨਿੰਗ ਦੇਣਾ ਚਾਹੁੰਦੇ ਹੋ। ਕਿਉਂਕਿ ਕਈ ਥਾਂ ਦੇ ਉੱਤੇ ਹੁੰਦਾ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਿਰਫ ਸਾਇੰਸ ਦੇ ਉੱਤੇ ਫਿਜ਼ਿਕਸ ਫਾਰਮੂਲਾ ਜਾਂ ਕੈਮਿਸਟਰੀ ਦਾ ਫਾਰਮੂਲਾ ਕਿੱਥੇ ਅਪਲਾਈ ਕਰੋਗੇ? ਜੇ ਕੋਈ ਬੰਦਾ ਝੂਠ ਬੋਲਦਾ ਉੱਥੇ ਕਿਹੜਾ ਅਪਲਾਈ ਕਰੋਗੇ? ਉੱਥੇ ਤੇ ਮੋਰਲ ਵੈਲਿਊ ਅਪਲਾਈ ਹੋਏਗੀ ਨਾ, ਭਾਈ ਝੂਠ ਬੋਲਣਾ ਗਲਤ ਹੈ, ਇਦਾਂ ਨਹੀਂ ਕਰਿਆ ਕਰੋ। ਸੋ ਅਸੀਂ ਕਈ ਐਗਜ਼ਾਮਪਲਸ ਦੇਖ ਚੁੱਕੇ ਹਾਂ। ਅਸੀਂ ਅਕਸਰ ਕਈ ਵਾਰ ਗੱਲ ਕਰਦੇ ਹਾਂ, ਕਮਿਊਨਿਜ਼ਮ ਦੀ ਗੱਲ ਕਰਦੇ ਕਈ ਵਾਰ, ਬੇਸ ਕੀ ਰੋਟੀ ਕੱਪੜਾ ਮਕਾਨ। ਸਿਰਫ ਰੋਟੀ ਕੱਪੜਾ ਮਕਾਨ ਇਨਸਾਨ ਦੀ ਜ਼ਿੰਦਗੀ ਨਹੀਂ ਹੈ, ਉਹਨੂੰ ਹੋਰ ਵੀ ਬਹੁਤ ਕੁਝ ਚਾਹੀਦਾ। ਅੱਛਾ, ਇਸ ਕਰਕੇ ਤੁਸੀਂ ਦੇਖੋ ਕਿ ਇੱਕ ਗੱਲ ਮੈਂ ਕੰਪਲੀਟ ਕਰ ਦੇਵਾਂ, ਅੱਜ ਕਮਿਊਨਿਜ਼ਮ ਕਿੱਥੇ ਆ? ਕਿਤੇ ਵੀ ਨਹੀਂ। 75 ਇਅਰਸ ਰਿਹਾ ਹੈ ਰਸ਼ੀਆ ਵਿੱਚ, 1917 ਤੋਂ ਲੈ ਕੇ 1992 ਤੱਕ। ਆਫਟਰ ਦੈਟ ਚੀਨ ਦੇ ਵਿੱਚ ਮਾਓ ਕਮਿਊਨਿਜ਼ਮ ਹੈ, USSR ਦੇ ਵਿੱਚ ਮਾਰਕਸ ਦਾ ਕਮਿਊਨਿਜ਼ਮ ਹੈ। ਲੇਕਿਨ ਮੋਰਲ ਵੈਲਿਊਜ਼ ਜਿੱਥੇ ਨਹੀਂ ਹੋਣਗੀਆਂ ਉੱਥੇ ਲੋਕ ਤੰਗ ਆ ਜਾਂਦੇ ਨੇ, ਕਹਿੰਦੇ ਛੱਡੋ ਪਰਾਂ। ਹੁਣ ਇੱਥੇ ਵੀ ਉਹੀ ਚੀਜ਼ ਆ, ਉਹ ਅਲੱਗ ਮੋਰਲ ਵੈਲਿਊਜ਼ ਨਾਲ ਚੱਲਦੀ ਹੈ, ਨੂੰ ਸਹੁਰਾ ਸਾਹਿਬ ਅਲੱਗ ਮੋਰਲ ਵੈਲਿਊਜ਼ ਦੇ ਨਾਲ ਚੱਲਦੇ ਨੇ, ਟਕਰਾਅ ਹੋਇਆ, ਅੰਡਰਸਟੈਂਡਿੰਗ ਨਹੀਂ ਹੈ, ਗੋਲੀ ਮਾਰ ਦਿੱਤੀ। ਹੁਣ ਇਹ ਤਾਂ ਕੋਈ ਇਲਾਜ ਨਹੀਂ ਨਾ ਹੈਗਾ ਕਿ ਇੱਕ ਬੰਦੇ ਨੂੰ ਜਾਨੋਂ ਮਾਰ ਦਿਓ। ਉਹਨੂੰ ਕਨਵਿੰਸ ਕਰੋ, ਬਿਠਾਓ, ਤੁਹਾਡੀ ਗੱਲ ਬਿਲਕੁਲ ਠੀਕ ਆ। ਜੇ ਨਹੀਂ ਬਣਦੀ ਮਿਊਚੁਅਲ ਡਿਵੋਰਸ ਲੈ ਲਓ, ਤੁਸੀਂ ਆਪਣੀ ਜ਼ਿੰਦਗੀ ਜਿਓ, ਉਹ ਆਪਣੀ ਜ਼ਿੰਦਗੀ ਜਿਓ।
ਪਰ ਇੱਥੇ ਇਨਸਾਨ ਨੂੰ ਹੀ ਖਤਮ ਕਰ ਦਿੱਤਾ। ਹੋਰ ਮਾੜੀ ਗੱਲ, ਅੱਗੇ ਵੀ ਅਸੀਂ ਦੇਖਦੇ ਹਾਂ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ, ਤਲਵਾਰਾਂ ਚੱਲ ਗਈਆਂ, ਲੜਾਈ ਹੋ ਗਈ, ਗੈਂਗਸਟਰਸ ਦੇ ਵਿੱਚ 9 ਬੰਦੇ ਸਾਡੇ ਸ਼ਾਮਿਲ ਨੇ, ਉਹ ਡਿਪੋਰਟ ਹੋਣ ਦੀ ਗੱਲ ਵੀ ਹੋ ਗਈ ਕਿ ਉੱਥੋਂ ਪੰਜਾਬੀ ਨੂੰ ਡਿਪੋਰਟ ਕੀਤਾ ਜਾਵੇ। ਹੁਣ ਇੱਦਾਂ ਦਾ ਵਰਤਾਰਾ ਜਦੋਂ ਹੁੰਦਾ, ਤੁਸੀਂ ਸਰੇਆਮ ਗੋਲੀਆਂ ਮਾਰਦੇ ਹੋ, ਤਾਂ ਪੰਜਾਬੀਆਂ ਬਾਰੇ ਕੀ ਮਾਨਸਿਕਤਾ ਬਣੇਗੀ ਉੱਥੋਂ ਦੇ ਲੋਕਾਂ ਦੀ। ਜੋ ਅਮਰੀਕਾ ਦੇ ਲੋਕ ਸਾਨੂੰ ਐਕਸੈਪਟ ਕਰਦੇ ਨੇ, ਉਹ ਕਹਿਣਗੇ ਯਾਰ ਇਹ ਤੇ ਗੋਲੀਆਂ ਮਾਰਨ ਵਾਲੇ ਨੇ। ਫਿਰ ਅਸੀਂ ਕਹਿੰਦੇ ਹਾਂ ਕਿ ਰੇਸਿਜ਼ਮ ਦੀ ਗੱਲ ਹੁੰਦੀ ਹੈ ਨਾ, ਨਸਲਵਾਦ ਦੀ ਗੱਲ ਆ ਜਾਂਦੀ ਹੈ। ਸੋ ਇਹ ਸਾਰੀਆਂ ਗੱਲਾਂ ਆ ਜਾਂਦੀਆਂ ਕਿ ਕਲਚਰ ਸਾਨੂੰ ਸ਼ੋਅ ਕਰਨਾ ਚਾਹੀਦਾ, ਸਹਿਣਸ਼ੀਲਤਾ ਸ਼ੋਅ ਕਰਨੀ ਚਾਹੀਦੀ ਹੈ। ਦਿਸ ਇਜ਼ ਨਾਟ ਅ ਸੋਲਿਊਸ਼ਨ। ਸੋ ਆਪਾਂ ਅੱਗੇ ਵਧਦੇ ਹਾਂ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ DGP ਗੌਰਵ ਯਾਦ ਨੂੰ ਲਿਖਿਆ ਪੱਤਰ ਕਿ ਇਹਨਾਂ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖੀ ਜਾਵੇ। ਪਹਿਲਾਂ ਦੁਬਈ 'ਚ ਸੀਗੇ, ਉੱਥੇ ਬਿਜ਼ਨਸ ਕਰਦੇ ਸੀ, ਫਿਰ ਭਾਰਤ ਕਿਉਂ ਆਏ, ਪੰਜਾਬ ਵਿੱਚ ਕਿਉਂ ਆਏ, ਇਹਨਾਂ ਦੀ ਮਨਸ਼ਾ ਕੀ ਹੈ, ਔਰ ਇੱਕ ਸੰਸਥਾ ਇਹਨਾਂ ਨੇ ਜਿਹੜੀ ਸ਼ੁਰੂ ਕੀਤੀ ਹੈ ਵਾਰਿਸ ਪੰਜਾਬ ਦੇ, ਉਹਦੀ ਕੀ ਮਨਸ਼ਾ ਹੈ, ਇਹ ਕਰਨਾ ਕਿਉਂ ਚਾਹੁੰਦੇ ਨੇ, ਕਿਉਂਕਿ ਪੰਜਾਬ ਬਹੁਤ ਕੁਝ ਸੰਤਾਪ ਹੰਢਾ ਚੁੱਕਾ ਹੈ। ਮੁੜ ਤੋਂ ਉਹ ਚੀਜ਼ ਰਿਵਾਈਜ਼ ਨਹੀਂ ਹੋਣੀ ਚਾਹੀਦੀ। ਅੱਛਾ, ਮੈਂ ਨਾ ਅਕਸਰ ਸੋਚਦਾ ਸੀਗਾ, ਕਿਉਂਕਿ ਦੇਖੋ ਤੁਸੀਂ ਵੀ ਜਦੋਂ ਉਸ ਕਮਿਊਨਿਟੀ ਤੋਂ ਹੁੰਦੇ ਆ ਤੇ ਹੁਣ ਉੱਤੋਂ ਤੁਸੀਂ ਪੱਤਰਕਾਰ ਹੁੰਦੇ ਆ, ਤੁਸੀਂ ਨਾ ਫਿਰ ਰੈਸ਼ਨੈਲਿਟੀ ਦੇਖਦੇ ਆ ਚੀਜ਼ ਦੀ। ਮੈਂ ਇਹ ਸੋਚਦਾ ਸੀ ਸੰਜੀਵ ਜੀ ਵੀ ਚਲੋ ਅਸੀਂ ਬਹੁਤ ਸੋਹਣੀ ਗੱਲ ਆ ਕਿ ਇਹ ਮੁੰਡਾ ਦਸਤਾਰ ਸਜਾ ਗਿਆ, ਮੇਨ ਸਟ੍ਰੀਮ ਦੇ ਵਿੱਚ ਆ ਗਿਆ, ਹੈ ਨਾ। ਹੁਣ ਤੇ ਅੱਜ ਕੱਲ੍ਹ ਇਹਨੂੰ ਭਾਈ ਵੀ ਕਹਿਣਾ ਸ਼ੁਰੂ ਕਰ ਦਿੱਤਾ, ਬੜੀ ਜਲਦੀ ਕਹਿਣਾ ਸ਼ੁਰੂ ਕਰ ਦਿੱਤਾ, ਹੈ ਨਾ। ਜੀ ਜੀ ਜੀ। ਦੂਸਰੇ ਬੰਨੇ ਰੋਡੇ ਜਿਹੜੀ ਬੜੀ ਅਸੀਂ ਪਵਿੱਤਰ ਜਗ੍ਹਾ ਮੰਨਦੇ ਹਾਂ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਅਸੀਂ ਗੱਲ ਕਰਦੇ ਹਾਂ, ਹੈ ਨਾ। ਉਹ ਚਲੋ ਦੇਖੋ, ਉਹ ਆਪਣੇ ਸ਼ੁਰੂ ਤੋਂ ਬਾਦਸਤੂਰ ਸਿੰਘ ਸਜੇ ਹੋਏ ਸੀਗੇ, ਕੇਸ ਰੱਖੇ ਹੋਏ ਸੀਗੇ, ਕੇਸਾਂ ਦੀ ਬੇਅਦਬੀ ਕੋਈ ਨਹੀਂ ਸੀਗੀ। ਚਲੋ ਮੈਂ ਉਹੀ ਕਹਿ ਰਿਹਾ ਵੀ ਇਹ ਮੇਨ ਸਟ੍ਰੀਮ ਦੇ ਵਿੱਚ ਆਇਆ, ਜੁਮਾ ਇਹਨੂੰ 5-6 ਸਾਲ ਮੇਨ ਸਟ੍ਰੀਮ 'ਚ ਰਹਿਣ ਤੇ ਦਿਓ। ਹਲੇ ਕੱਲ੍ਹ ਆਇਆ ਤਾਂ ਤੁਸੀਂ ਅੱਜ ਇਹਨੂੰ ਭਾਈ ਕਹਿਣ ਲੱਗ ਪਏ ਹੋ, ਅਹੁਦਾ ਦੇ ਦਿੱਤਾ, ਜਿਹੜਾ ਕਿ ਧੱਕਾ ਹੁੰਦਾ ਕਿਸੇ ਵੀ ਕੌਮ ਦੇ ਨਾਲ, ਹੈ ਨਾ। ਤੁਸੀਂ ਵਾਕਈ ਹਿਰਦੇ ਪਰਿਵਰਤਨ ਤਾਂ ਇੱਦਾਂ ਹੀ ਹੁੰਦੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਉਹਨੂੰ ਆਪਾਂ ਨਹੀਂ ਕਹਿੰਦੇ ਵੀ ਹਿਰਦੇ ਪਰਿਵਰਤਨ ਉਹਦਾ ਵਾਕਈ ਹੋਇਆ ਹੋਊਗਾ, ਪਰ ਅਹੁਦਾ ਨਹੀਂ ਨਾਲ ਜੋੜਨਾ ਚਾਹੀਦਾ। ਇਹ ਉਹਨਾਂ ਲੋਕਾਂ ਨਾਲ ਧੱਕਾ ਆ, ਇਹ ਉਹਨਾਂ ਕੌਮ ਦੇ ਹੀਰਿਆਂ ਦੇ ਨਾਲ ਧੱਕਾ ਹੁੰਦਾ ਜਿਹੜੇ ਸ਼ੁਰੂ ਤੋਂ ਆਪਾਂ ਕਹਿ ਲਈਏ ਕਿ ਬੜੇ ਨਿਤਨੇਮ ਦੇ ਨਾਲ, ਪਵਿੱਤਰਤਾ ਦੇ ਨਾਲ, ਆਪਣੀ ਦਾੜੀ ਨੂੰ ਸਮਰਪਿਤ ਨੇ, ਹੈ ਨਾ। ਉਹ ਕਹਿਣਗੇ ਜੀ ਵੀ ਇਹ ਕੱਲ੍ਹ ਆਇਆ ਤੇ ਇਹਨੂੰ ਅੱਖਾਂ ਤੇ ਬਿਠਾਉਣ ਡੇ ਆ, ਬਿਠਾਓ ਅੱਖਾਂ ਤੇ, ਅਹੁਦੇ ਨਹੀਂ। ਅਹੁਦੇ ਦੇਣੇ ਜਦੋਂ ਆ ਨਾ, ਜਦੋਂ ਪਾਵਰ ਅਸੀਂ ਜੋੜਦੇ ਨੇ ਕਿਸੇ ਸ਼ੈ ਦੇ ਨਾਲ, ਫਿਰ ਪਾਵਰ ਆਪਣੇ ਆਪ ਬੋਲਦੀ ਆ। ਸਿੱਖਣ ਦੀ ਬਹੁਤ ਲੋੜ ਆ ਹਲੇ ਐਟਲੀਸਟ ਜੁਮਾ ਮੈਨੂੰ ਤਾਂ ਲੱਗਦਾ ਹੁੰਦਾ 5 ਸਾਲ ਤੇ ਦਿੰਦੇ ਇਹਨੂੰ, ਕਿਉਂਕਿ ਕਮ ਸੇ ਕਮ ਬੰਦੇ ਨੂੰ ਕੋਖੋ, ਉਹਦੇ ਨੇਚਰ ਨੂੰ ਦੇਖੋ। ਪਟਾਰੋ ਇਹ ਤਾਂ ਇਦਾਂ ਵੀ ਲੌਂਚ ਕਰ ਲਿਆ ਕਿਸੇ ਫਿਲਮੀ ਐਕਟਰ ਨੂੰ, ਲੌਂਚ ਨਹੀਂ ਕੰਮ ਆ। ਮੇਰਾ ਖਿਆਲ ਆ, ਮੈਨੂੰ ਨਹੀਂ ਪਤਾ ਤੁਸੀਂ ਕੀ ਸੋਚਦੇ ਹੋ। ਨਹੀਂ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਕੋਖਣਾ ਚਾਹੀਦਾ, ਕਿਉਂਕਿ ਜਿਹੜੇ ਬੰਦੇ ਪੁਰਾਣੇ ਨੇ ਜਿਨ੍ਹਾਂ ਬਾਰੇ ਅਸੀਂ ਸਭ ਕੁਝ ਜਾਣਦੇ ਹਾਂ, ਇੱਕ ਤਾਂ ਉਹ ਹੁੰਦੇ ਨੇ, ਇੱਕ ਇਹ ਜਿਨ੍ਹਾਂ ਬਾਰੇ ਹਜੇ ਕੁਝ ਨਹੀਂ ਜਾਣਦੇ। ਇੱਕ ਵੇਵ ਜੀ ਚੱਲਦੀ ਹੈ ਜਦੋਂ, ਹੈ ਨਾ, ਇੱਕ ਮਾਹੌਲ ਜਿਹਾ ਬਣਿਆ। ਅੱਛਾ, ਮੈਂ ਤੁਹਾਨੂੰ ਇਹ ਦੱਸਦਾ ਵੀ ਚਲੋ ਤੁਸੀਂ ਇੱਕ ਆਪਾਂ ਇੱਕ ਨਾ ਫੈਕਟਰੀ ਵਾਲੀ ਗੱਲ ਕਰਦੇ ਹਾਂ, ਤੁਸੀਂ ਬੜੇ ਚੰਗੇ ਮੈਨੇਜਰ ਹੋ ਉਸ ਫੈਕਟਰੀ ਦੇ, ਕੰਮ ਹੈ ਉਹ ਅਸੂਲਨ ਇਹ ਹੁੰਦਾ ਵੀ ਤੁਸੀਂ ਨਿਤਨੇਮ ਨਾਲ ਕੰਮ ਕਰਦੇ ਹੋ, ਸਾਰੇ ਪ੍ਰੋਪਰ ਚੀਜ਼ਾਂ ਕਰਦੇ ਹੋ, ਐਲੀਵੇਸ਼ਨ ਤਾਂ ਤੁਹਾਨੂੰ ਚਾਹੀਦਾ ਨਾ। ਬਿਲਕੁਲ, ਇਹ ਨਹੀਂ ਵੀ ਕੱਲ੍ਹ ਨੂੰ ਨਵਾਂ ਬੰਦਾ ਆਇਆ ਹੋਵੇ ਜਿਹਨੂੰ ਤੁਹਾਡੇ ਤੋਂ ਥੱਲੇ ਕੁਝ ਨਹੀਂ ਆਉਂਦਾ ਹੋਵੇ, ਉਹ ਕੱਲ੍ਹ ਸਿੱਖਿਆ ਹੋਵੇ ਤੇ ਅਸੀਂ ਕਹਾਂਗੇ ਜੀ ਅੱਜ ਤੁਹਾਡੇ ਤੇ ਬੌਸ ਲਾਤਾ। ਇਹ ਨਹੀਂ ਨਾ। 5 ਸਾਲ ਐਟਲੀਸਟ ਮੈਨੂੰ ਲੱਗਦਾ ਵੀ ਥੋੜ੍ਹੇ ਜਿਹੇ ਸਾਲ ਅਸੀਂ ਹੋਰ ਦੇ ਲਈਏ। ਉਹ ਕੋਈ ਅੰਮ੍ਰਿਤਪਾਲ ਹੋਵੇ, ਚਾਹੇ ਕੋਈ ਕਿਸੇ ਦਾ ਹੋਰ ਦਾ ਨਾਮ ਹੋਵੇ, ਐਨੀਬਾਡੀ ਹੋਵੇ, ਹੈ ਨਾ। ਸਾਨੂੰ ਲੱਗੇ ਕਿ ਬਈ ਇਹ ਵਾਕਈ ਇਹ ਸਮਾਂ ਆ, ਹੈ ਨਾ। ਹੁਣ ਇੱਕਦਮ ਉੱਠੋਗੇ, ਚੰਗਾ ਕੰਮ ਕਰੋ, ਤੁਸੀਂ ਅਹੁਦਿਆਂ ਦੇ ਸਿਰ ਤੇ ਨਹੀਂ ਕਰੋ। ਦੇਖੋ, ਪੋਲੀਟੀਕਲ ਪਾਰਟੀਜ਼ ਦਾ ਵੀ ਇਹੀ ਪੰਗਾ ਹੈ ਕਿ ਦੂਸਰੀ ਪਾਰਟੀ ਛੱਡ ਕੇ ਕੋਈ ਸੈਲੀਬ੍ਰਿਟੀ ਨੇਤਾ ਆਇਆ, ਉਹਨੂੰ ਸਿੱਧਾ ਹੀ ਪੈਰਾਸ਼ੂਟ ਨਾਲ ਲੈਂਡ ਕਰਵਾਉਣਗੇ ਔਰ ਉਹਨੂੰ ਵੱਡੇ ਅਹੁਦੇ ਦੇ ਉੱਤੇ ਉਹਨੂੰ ਟਿਕਟ ਦੇ ਕੇ ਇਲੈਕਸ਼ਨ ਵੀ ਲੜਾ ਦੇਣਗੇ। ਜਿਹੜੇ ਪੁਰਾਣੇ ਵਰਕਰਸ ਨੇ ਉਹਨਾਂ ਦੇ ਮਨ 'ਚ ਇਹ ਗੱਲ ਆਏਗੀ ਕਿ ਅਸੀਂ ਇੰਨੇ ਸਾਲਾਂ ਤੋਂ ਲੱਗੇ ਹੋਏ ਹਾਂ, ਇਹ ਆਲਰੇਡੀ ਆਉਣ ਸਾਰੀ ਅਹੁਦੇ। ਇਸੇ ਕਰਕੇ ਤਾਂ ਪਾਰਟੀਆਂ ਖਤਮ ਹੁੰਦੀਆਂ। ਇੱਕ ਨਾ ਹੁਣ ਸਾਡਾ ਵੀ ਕਰੈਕਟਰ ਬੜਾ ਡਾਊਨ ਜਿਹਾ ਹੋ ਗਿਆ। ਅਸੀਂ ਇਹ ਨਹੀਂ ਸੋਚਦੇ ਕਿ ਫਲਾਨਾ ਬੰਦਾ ਫਲਾਨੀ ਪਾਰਟੀ ਦੇ ਨਾਲ ਸੀ, ਜੇ ਉਹਦੇ ਨਾਲ ਹੀ ਵਫਾ ਕਰ ਸਕਿਆ ਤੇ ਸਾਡੇ ਨਾਲ ਕੀ ਕਰੂਗਾ। ਫਿਰ ਕਹਿੰਦੇ ਜੀ ਫਲਾਨੀ ਪਾਰਟੀ ਲੋਕਾਂ ਦੇ ਹਿੱਤ ਵਿੱਚ ਨਹੀਂ ਸੀ। ਤੁਸੀਂ 5 ਸਾਲ 6 ਸਾਲ ਉਹਨਾਂ ਨਾਲ ਕੰਮ ਕੀਤਾ, ਉਦੋਂ ਤੁਸੀਂ ਵੀ ਮਤਲਬ ਲੋਕਾਂ ਦੇ ਹਿੱਤ 'ਚ ਨਹੀਂ ਸੀਗੇ। ਤੁਸੀਂ ਸਹਿਮਤ ਸੀਗੇ ਵੀ ਲੋਕਾਂ ਦੇ ਹਿੱਤ ਦੀ ਗੱਲ ਆਪਾਂ ਗੱਲ ਹੀ ਨਹੀਂ ਕਰਨੀ। ਫਿਰ ਤੁਸੀਂ ਇੱਕਦਮ ਛੱਡ ਕੇ ਆਉਂਦੇ ਆ। ਮੈਂ ਕੈਪਟਨ ਅਮਰਿੰਦਰ ਦੀ ਗੱਲ ਕਰ ਲੈਂਦਾ ਜੀ, ਬੜੇ ਮਾਣਯੋਗ ਰਹੇ ਨੇ, ਬੜਾ ਨਾਮ ਕਮਾਇਆ ਪੰਜਾਬ ਨੂੰ। ਤੁਸੀਂ ਬੜਾ ਲੁੱਟ ਖਾ ਲਿਆ ਦਾ ਮਤਲਬ ਹੈ ਨਾ। ਤੁਸੀਂ ਕਹਿੰਦੇ ਜੀ ਉਹ ਲੁੱਟ ਕੇ ਖਾਂਦੀ ਆ, ਤਾਂ ਤੁਸੀਂ ਵੀ ਖਾਂਦੇ ਸੀ, ਤੁਸੀਂ ਤਾਂ ਰਾਜੇ ਸੀ ਉਸ ਪਾਰਟੀ ਦੇ। ਹੁਣ ਇੱਥੇ ਆਪਾਂ ਮੈਂ ਵੜ ਕੇ ਆਉਣਾ ਅੰਮ੍ਰਿਤਪਾਲ ਦੇ ਉੱਤੇ। ਮੈਂ ਭਾਈ ਹਲੇ ਨਹੀਂ ਇਸ ਕਰਕੇ ਕਹਿਣਾ ਕਿਉਂਕਿ ਮੈਨੂੰ ਲੱਗਦਾ ਕਿ ਸਰਦਾਰ ਆਪਾਂ ਕਹਿ ਸਕਦੇ, ਕਿਉਂਕਿ ਸਿੰਘ ਸੱਜ ਗਿਆ, ਸਰਦਾਰ ਅੰਮ੍ਰਿਤਪਾਲ ਸਿੰਘ ਹੋਣਾ ਦੀ ਗੱਲ ਕਰ ਲੈਂਦੇ ਹਾਂ।
ਹਾਲੇ ਥੋੜਾ ਜਿਹਾ ਟਾਈਮ ਦੇਣਾ ਸੀਗਾ। ਹਜੇ ਉਹਨਾਂ ਦੇ ਕੰਮ ਦੇਖੋ, ਹਾਲੇ ਉਹਨਾਂ ਦੇ ਕਾਰਗੁਜ਼ਾਰੀ ਦੇਖੋ, ਉਹਨਾਂ ਦਾ ਬਿਹੇਵੀਅਰ ਦੇਖੋ, ਉਹਨਾਂ ਦੀ ਡੈਡੀਕੇਸ਼ਨ ਦੇਖੋ, ਸੋਚਣੀ ਦੇਖੋ, ਫਿਰ ਉਹਨਾਂ ਦੀ ਮਰਿਆਦਾ ਦੇਖੋ। ਹਾਂ, ਸਭ ਤੋਂ ਵੱਡੀ ਗੱਲ ਹੀ ਮਰਿਆਦਾ ਆ। ਸਭ ਤੋਂ ਵੱਡੀ ਗੱਲ ਮਰਿਆਦਾ ਆ। ਰਹਿਤ ਹੋਣਾ ਬਹੁਤ ਔਖਾ ਸੰਜੀਵ ਜੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਉਹ ਵੀ ਉਸ ਬੰਦੇ ਲਈ ਜਿਹੜਾ ਬੰਦਾ ਪਹਿਲਾਂ ਸਾਡੇ ਵਾਂਗੂ ਹੀ ਕਹਿੰਦੇ ਦਾੜੀ ਦੂੜੀ ਕਟਾਉਂਦਾ ਹੋਵੇ ਤੇ ਬਾਅਦ ਵਿੱਚ ਆ ਕੇ ਕਰ ਲਵੇ ਨਾ, ਉਸ ਬੰਦੇ ਲਈ ਰਹਿਤ ਹੋਣਾ ਬਹੁਤ ਜ਼ਰੂਰੀ ਆ। ਇਸ ਕਰਕੇ ਆਪਾਂ ਕਹਿੰਦੇ ਆ ਵੀ ਟਾਈਮ ਦੇਣਾ ਚਾਹੀਦਾ ਸੀਗਾ। ਹੁਣ ਬਾਕੀ ਜਿੰਨੇ ਗਰਮ ਭਾਸ਼ਣ ਆਉਂਦੇ ਆ ਨਾ, ਜਿੰਨੇ ਗਰਮ ਭਾਸ਼ਣ ਆਉਂਦੇ ਨਾ, ਇਹ ਇੰਨੇ ਗਰਮ ਭਾਸ਼ਣ ਪੰਜਾਬ ਨੂੰ ਨਹੀਂ ਚਾਹੀਦੇ। ਪੰਜਾਬ ਨੂੰ ਬਹੁਤ ਕੁਝ ਮਿਲ ਗਿਆ ਪੰਜਾਬ ਦੇ ਵਿੱਚ। ਇਹ ਚੀਜ਼ਾਂ ਅਸੀਂ ਜਿੱਦਾਂ ਕਿਸਾਨ ਅੰਦੋਲਨ ਜਿੱਤਿਆ ਨਾ, ਇੱਦਾਂ ਹੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਜਿੱਤ ਸਕਦੇ ਹਾਂ। ਜ਼ਰੂਰੀ ਨਹੀਂ ਕਿ ਸਾਨੂੰ ਉਹੀ ਚੀਜ਼ ਬਣਾਉਣੀ ਆ। ਬਿਲਕੁਲ ਸਾਡੇ ਮੁੰਡੇ ਅਸੀਂ ਦੇਖਿਆ, ਮੇਰਾ ਇੱਕ ਬੜਾ ਚੰਗਾ ਮਿੱਤਰ ਸੀਗਾ, ਉਹਦੀ ਭੂਆ ਦਾ ਮੁੰਡਾ, ਮੈਂ ਬੜੀ ਵਾਰੀ ਗੱਲ ਸੁਣਾਉਣਾ ਹੁੰਦਾ ਵੀ ਆ ਗੁਰੂ ਨਾਨਕ ਮਿਸ਼ਨ ਚੌਂਕ ਸੀਗਾ, ਇੱਥੇ ਚਥੜੇ ਕਰਕੇ ਉੱਡ ਗਿਆ ਉਹ ਸਾਰੀ ਫੈਮਿਲੀ ਬਾਹਰ ਚਲੇ ਗਈ, ਪਰ ਜਦੋਂ ਆਉਂਦੀ ਇੱਥੇ ਭੁੱਬਾ ਮਾਰ ਰੋਂਦੀ ਆ ਉਹ। ਕਿੰਨੇ ਸਾਲ ਪੁਰਾਣੀ ਗੱਲ ਹੋ ਗਈ, ਪਰ ਅੱਜ ਤੱਕ ਉਹਨਾਂ ਨੂੰ ਉਹ ਨਹੀਂ ਭੁੱਲਦਾ। ਇਦਾਂ ਹੀ ਕਿਸੇ ਮਾਂ ਦਾ ਪੱਟਿਆ ਗਿਆ ਸ਼ੋਰ, ਮਾਂ ਦਾ ਜਿਹੜਾ ਅਸੀਂ ਕਹਿੰਦੇ ਆ ਵੀ ਉਹਨਾਂ ਦਾ ਲਖਤੇ ਜ਼ਿਕਰ ਜਿਹੜਾ ਆ, ਉਹ ਕਿਤੇ ਇਦਾਂ ਚਲੇ ਜਾਵੇ ਨਾ ਤਾਂ ਫਿਰ ਬਹੁਤ ਔਖਾ ਹੁੰਦਾ ਆ। ਇਸ ਲਈ ਪੰਜਾਬ ਨੂੰ ਸ਼ਾਂਤੀ ਦੇ ਨਾਲ ਇਹ ਗੱਲਾਂ ਕਰਨ ਦੀ ਲੋੜ ਆ। ਅਮਰੀਕਾ ਕੈਨੇਡਾ ਦੇ ਵਿੱਚ ਬਹਿ ਕੇ ਅਸੀਂ ਕਹਿੰਦੇ ਆ ਨਾ ਵੀ ਗੁਰਵੰਤ ਪਤਪਨ ਨੂੰ ਕਹਿੰਦਾ ਵੀ ਮੈਂ ਰੈਫਰੈਂਡਮ ਲਿਆ ਦੂੰਗਾ। ਜੇ ਰੈਫਰੈਂਡਮ ਲਿਆਉਣਾ ਤਾਂ ਸਾਡੇ ਮੁੰਡਿਆਂ ਦੇ ਨਾਲ ਖੜ ਕੇ ਰੈਫਰੈਂਡਮ ਲਿਆ, ਤੇ ਜੇ ਗੋਲੀ ਖਾਣੀ ਤੇ ਹਿੱਕ ਤੇ ਖਾ। ਇਹ ਨਹੀਂ ਵੀ ਤੂੰ ਕਿਸੇ ਮਾਂ ਦਾ ਪੁੱਤ ਤੂੰ ਕਿਸੇ ਚੌਂਕ 'ਚ ਖਿਲਾਰ ਕੇ ਉਹਨੂੰ ਗੋਲੀ ਮਰਵਾ ਦੇਵੇਂ ਤਾਂ ਆਪ ਤੂੰ ਇੰਗਲੈਂਡ ਕੈਨੇਡਾ 'ਚ ਬੜੇ ਸੋਹਣੇ ਤਰੀਕੇ ਨਾਲ ਬੈਠਾ ਰਹੇ। ਇਦਾਂ ਵੀ ਲਾਈਫ ਆਪ ਜੀ ਰਹੇ ਨੇ, ਔਰ ਉਹਨਾਂ ਨੂੰ ਫੰਡਸ ਵੀ ਆ ਰਹੇ ਨੇ, ਸਪਾਂਸਰਸ਼ਿਪਸ ਵੀ ਆ ਰਹੀਆਂ ਨੇ, ਐਵਰੀਥਿੰਗ ਇਜ਼ देयर। ਔਰ ਇੱਥੇ ਜਾਨਾਂ ਜਾਂਦੀਆਂ ਨੇ, ਔਰ ਕਈ ਲੋਕ ਦੇਸ਼ ਦਰੋਹੀ ਦੇ ਕੇਸਾਂ ਦੇ ਵਿੱਚ ਭੁਗਤਦੇ ਪਏ ਨੇ, ਜਿਹੜੇ ਉਹਨਾਂ ਦੇ ਝਾਂਸੇ 'ਚ ਆ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਕੋਈ ਇੱਦਾਂ ਦੇ ਕਾਰਜ ਕਰ ਬੈਠੇ ਕਿ ਉਹ ਜੇਲ੍ਹ ਵਿੱਚ ਨੇ ਛੋਟੀਆਂ ਉਮਰਾਂ ਦੇ, ਤੇ ਉਹਨਾਂ ਦੀ ਛੁੱਟ ਹੋ ਜਾਏ ਕੋਈ ਗਰੰਟੀ ਨਹੀਂ। ਸੋ ਇਹ ਜ਼ਿੰਦਗੀਆਂ ਬਰਬਾਦ ਹੁੰਦੀਆਂ ਪਈਆਂ ਨੇ। ਸੋ ਆਪਾਂ ਅੱਗੇ ਵਧਦੇ ਹਾਂ। ਮਾਛੀਵਾੜਾ ਦਾਣਾ ਮੰਡੀ 'ਚ ਝੋਨੇ ਦੀ ਲਿਫਟਿੰਗ ਸ਼ੁਰੂ ਹੋ ਗਈ ਤੇ ਆੜ੍ਹਤੀਆਂ ਵੱਲੋਂ ਹੁਣ ਹੜਤਾਲ ਖਤਮ ਹੋ ਗਏ। ਜਿਸ ਤਰ੍ਹਾਂ ਕਿ ਮਾਨ ਸਰਕਾਰ ਨੇ ਕਿਹਾ ਸੀ ਇੱਕ ਦਾਣਾ ਅਸੀਂ ਖਰੀਦਾਂਗੇ ਮੰਡੀ ਦੇ ਵਿੱਚੋਂ, ਇਸ ਕਰਕੇ ਸੋਚਣ ਦੀ ਕੋਈ ਲੋੜ ਨਹੀਂ। ਪਰ ਹਾਂ, ਕੁਆਲਿਟੀ ਜ਼ਰੂਰ ਜਾਂਚੀ ਜਾਏਗੀ, ਉਸ ਕੁਆਲਿਟੀ ਦੇ ਹਿਸਾਬ ਨਾਲ ਹੀ ਸਾਰੀਆਂ ਪੇਮੈਂਟ, ਸਾਰੀਆਂ ਸ਼ਰਤਾਂ ਦੇ ਮੁਤਾਬਿਕ ਸਭ ਕੁਝ ਤੈਅ ਹੋਣਾ। ਵਾਕਈ ਇਹ ਗੱਲ ਆ ਤੁਹਾਡੀ ਸੰਜੀਵ ਜੀ, ਕਿਉਂਕਿ ਮਾਨ ਸਰਕਾਰ ਕਹਿੰਦੀ ਸੀ ਵੀ ਹਰ ਜਿਹਦਾ ਇੱਕ ਦਾਣਾ ਵੀ ਜਿਹੜਾ ਆ ਉਹ ਮੰਡੀ ਤੋਂ ਚੱਕਿਆ ਜਾਊਗਾ। ਪਿਛਲੀ ਵਾਰੀ ਅਸੀਂ ਕਣਕ ਦੇ ਸੀਜ਼ਨ 'ਚ ਵੀ ਦੇਖਿਆ ਵੀ ਨਾਲੋਂ ਨਾਲ ਚੁਕਾਈ ਹੋ ਗਈ। ਬਿਲਕੁਲ। ਹੁਣ ਇਹ ਵੀ ਉਮੀਦ ਕਰਦੇ ਸੀ ਵੀ ਝੋਨਾ ਵੇਚਦਾ ਹੋ ਜਾਵੇ। 1 ਤਰੀਕ ਤੋਂ ਇਹਨਾਂ ਨੇ ਖਰੀਦ ਸ਼ੁਰੂ ਕਰ ਲਈ ਸੀਗੀ। ਹਾਲਾਂਕਿ ਉਸ ਲੈਵਲ ਦੇ ਉੱਤੇ ਝੋਨੇ ਦੀ ਹਲੇ ਚੁਕਾਈ ਸ਼ੁਰੂ ਨਹੀਂ ਹੋਈ ਹੈਗੀ। ਤੁਸੀਂ ਜਿਵੇਂ ਕਹਿੰਦੇ ਮਾਛੀਵਾੜਾ ਸ਼ੁਰੂ ਹੋ ਗਈ ਆ। ਮਾਛੀਵਾੜਾ ਚਲੋ ਵੱਡੀ ਮੰਡੀ ਆ, ਪਰ ਐਡੀ ਵੱਡੀ ਮੰਡੀ ਨਹੀਂ। ਅਸੀਂ ਕਹਿੰਦੇ ਬਠਿੰਡਾ ਬਹੁਤ ਵੱਡੀ ਹੈ ਨਾ ਮੰਡੀ ਆ। ਜਲੰਧਰ ਦੇ ਵਿੱਚ ਅਸੀਂ ਕਹਿੰਦੇ ਆ ਕਿ ਬਹੁਤ ਜ਼ਿਆਦਾ ਜਿਹੜਾ ਆ ਇੱਕ ਪੂਰਾ ਰੈਵਨਿਊ ਹੁੰਦਾ ਇਹਦਾ। ਹਾਲੇ ਉਸ ਹਿਸਾਬ ਦੀ ਲਿਫਟਿੰਗ ਨਹੀਂ ਹੋਈ, ਕਿਉਂਕਿ ਇਹ ਜਿਹੜੀ ਫਸਲ ਦਾ ਵੀ ਹਿਸਾਬ ਹੁੰਦਾ। ਕਿਉਂਕਿ ਜੇ ਹਾੜੀ ਦੀ ਗੱਲ ਕਰਦੇ, ਕਣਕ ਦੀ ਗੱਲ ਕਰਦੇ ਆ, ਤੇ ਉਹ ਸੁੱਕੀ ਹੁੰਦੀ ਆ। ਉਹ ਸਭ ਨੂੰ ਪਤਾ ਵੀ ਸੁੱਕੀ ਅਸੀਂ ਵੱਢਦੇ ਆ, ਉਹ ਮੌਸਮ ਵੀ ਉੱਦਾਂ ਦਾ ਹੁੰਦਾ। ਇੱਕ ਪਿੱਛੇ ਜੇ ਮੌਸਮ ਵੀ ਨਹੀਂ ਉੱਦਾਂ ਦਾ ਰਿਹਾ, ਇੱਕ ਮੋਇਸਚਰਾਈਜ਼ਰ ਜਿਹੜਾ ਇਹ ਫਸਲ ਦੇ ਵਿੱਚ, ਚੌਲਾਂ ਦੇ ਵਿੱਚ ਰਹਿ ਹੀ ਜਾਂਦਾ ਆ। ਸੋ ਸਾਡੇ ਕਿਸਾਨ ਭਾਈ ਵੀ ਜਿਹੜਾ ਥੋੜੀ ਜਲਦੀ ਕਰਦੇ ਆ, ਕਿਉਂਕਿ ਆਲੂਆਂ ਲਈ ਉਹਨਾਂ ਨੇ ਵੱਢ ਤਿਆਰ ਕਰਨਾ ਆ ਮੁੜ ਕੇ। ਜੀ। ਸੋ ਇਹਦਾ ਮੋਇਸਚਰਾਈਜ਼ਰ ਦਾ ਥੋੜਾ ਜਿਹਾ ਪੰਗਾ ਰਹਿੰਦਾ ਆ। ਔਰ ਹੁਣ ਮੈਨੂੰ ਲੱਗਦਾ ਦਿਨ ਖੁੱਲ ਵੀ ਗਏ, ਆਪਾਂ ਧੁੱਪਾਂ ਦੇਖਦੇ ਆ, ਕਿਉਂਕਿ ਆਹ 4-5 ਜਿਹੜੀਆਂ ਧੁੱਪਾਂ ਨੇ, ਜਿਹੜੀਆਂ ਆਹ ਦਿਨ ਦੀਆਂ ਧੁੱਪਾਂ ਨੇ, ਇਹਨੇ ਪਕਾ ਦੇਣਾ ਆ। ਔਰ ਅੱਜ ਕੱਲ੍ਹ ਤੇ ਚਲੋ ਹੱਥ ਨਾਲ ਤਾਂ ਹੁੰਦਾ ਹੀ ਨਹੀਂ ਕੰਮ ਨਾ। ਮੈਂ ਜਦੋਂ ਹੁਣ ਪਿੰਡ ਜਾਂਦਾ ਹੁੰਦਾ ਤੇ ਮਸ਼ੀਨਰੀ ਆ, ਇੱਕ ਦਿਨ ਖੜਾ ਹੁੰਦਾ ਤੇ ਦੂਸਰੇ ਦਿਨ ਉਹ ਸਾਰੀ ਵਾੜ ਵੀ ਵਾਹ ਦਿੱਤਾ ਹੁੰਦਾ, ਤੇ ਬੜਾ ਖੁਸ਼ ਹੁੰਦਾ। ਮੈਂ ਕਿਹਾ ਵੀ ਮਸ਼ੀਨਾਂ ਨਾਲ ਨਾ ਅਸੀਂ 1 ਮਹੀਨੇ 'ਚ ਬੜੀਆਂ ਖੈਰਾ ਸਾਹਿਬ, ਪਿੱਛੇ ਜਿਹੇ ਵੀ ਅੰਕੜੇ ਆਏ ਸੀ ਕਿ ਕਿਸੇ ਟਾਈਮ ਇਹ ਵੀ ਸਮਾਂ ਰਹਿ ਚੁੱਕਾ ਕਿ ਅਮਰੀਕਾ ਤੋਂ ਬਾਅਦ ਸਾਡੇ ਪੰਜਾਬ ਦਾ ਨੰਬਰ ਆਉਂਦਾ ਸੀ ਮਸ਼ੀਨਰੀ ਇਸਤੇਮਾਲ ਕਰਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ। ਇੱਥੇ ਤੱਕ ਆਪਾਂ ਤਰੱਕੀ ਕਰ ਚੁੱਕੇ ਸੀ, ਪਰ ਅੱਜ ਕਿਸਾਨੀ ਦਾ ਮਾੜਾ ਹਾਲ ਹੈ। ਉਹ ਵੱਖਰੀ ਗੱਲ ਹੈ, ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ, ਤਾਂ ਹੀ ਕਿਸਾਨੀ ਨੂੰ ਅਸੀਂ ਉਭਾਰ ਸਕਦੇ ਹਾਂ, ਜੋ ਕਿ ਸਾਡੇ ਖਜ਼ਾਨੇ ਨੂੰ ਖਾਸ ਤੌਰ 'ਤੇ ਸਪੋਰਟ ਦੇ ਸਕਦੀ ਹੈ। ਦੂਜਾ ਰਿਹਾ ਕਿ ਝੋਨੇ ਦੇ ਨਾਲ ਪਰਾਲੀ ਦੀ ਸਮੱਸਿਆ, ਉਹ ਤਾਂ ਹੁਣ ਦੇਖੋ ਮਾਨ ਸਾਹਿਬ ਦੇ ਨਾਲ ਮੁਲਾਕਾਤ ਵੀ ਹੋਈ ਹੈ ਕਿਸਾਨ ਜਥੇਬੰਦੀਆਂ ਦੀ, ਪਰ ਉਹ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਵੀ ਹੋਏ ਨੇ, ਪਰ ਪਰਾਲੀ ਦੇ ਆ ਕੇ ਫਿਰ ਪੇਚਾ ਅੜ ਜਾਂਦਾ। ਹੁਣ ਪਰਾਲੀ ਦੇ ਵਾਸਤੇ ਪੋਲਿਊਸ਼ਨ ਬੋਰਡ ਕਹਿੰਦਾ ਕਿ ਲਗਭਗ 5 ਸਾਲ ਲੱਗ ਸਕਦੇ ਨੇ ਇਸ ਮੁਸੀਬਤ ਤੋਂ ਨਿਜਾਤ ਪਾਉਣ ਦੇ ਵਿੱਚ। ਸੋ ਇੱਦਾਂ ਦੀਆਂ ਗੱਲਾਂ, ਜਦ ਕਿ ਇੱਦਾਂ ਦੀ ਕੋਈ ਗੱਲ ਹੈ ਨਹੀਂ। ਤੂੜੀ ਵੀ ਆਪਾਂ ਇਸਤੇਮਾਲ ਕਰਦੇ ਹੀ ਹਾਂ, ਜੋ ਕਣਕ ਦਾ ਬਾਈ ਪ੍ਰੋਡਕਟ ਹੈ, ਤਾਂ ਵਾਈ ਨਾਟ ਪਰਾਲੀ? ਇਹਦਾ ਵੀ ਤਾਂ ਕੁਦਰਤ ਗੱਲ ਕੀ ਆ, ਆਪਾਂ ਕਹਿੰਦੇ ਵੀ ਸਰਕਾਰਾਂ ਆਪ ਤੇ ਹੱਥ ਖੜੀਆਂ ਕਰ ਜਾਂਦੀਆਂ ਨਾ। ਹੁਣ ਸੈਂਟਰ ਸਰਕਾਰ ਕਹਿੰਦੀ ਜੀ ਮੈਂ ਤੇ ਹੱਥ ਖੜੇ ਕਰਤੇ, ਫਿਰ ਤੁਸੀਂ ਗੱਲਾਂ ਹੀ ਕਰ ਸਕਦੇ ਆ, ਫਿਰ ਗੱਲਾਂ ਵੀ ਨਾ ਕਰੋ। ਕਿਸਾਨਾਂ ਕੋਲ
ਹੱਲ ਮੌਜੂਦ ਨੇ ਐਕਸਪਰਟਸ ਕੋਲ। ਜਿੱਦਾਂ ਤੂੜੀ ਨੂੰ ਇਸਤੇਮਾਲ ਕੀਤਾ ਜਾਂਦਾ, ਉਵੇਂ ਇਹਦੇ ਵੀ ਜਿਹੜੇ ਕਰਚੇ ਨੇ ਉਹਨਾਂ ਨੂੰ ਕੁਤਰ ਕੇ ਤੁਸੀਂ ਖਾਣੇ ਵਜੋਂ ਪਸ਼ੂਆਂ ਨੂੰ ਪਾ ਸਕਦੇ ਹੋ। ਅੱਜ ਕੱਲ ਆਪਾਂ ਕਹਿੰਦੇ ਆ ਵੀ ਜਿਹੜੇ ਆਪਾਂ ਜਿਹੜੇ ਇਹਨਾਂ ਪ੍ਰੋਡਕਟ ਲਾ ਦਿੰਦੇ ਅਸੀਂ, ਜਿੱਥੇ ਬਿਜਲੀ ਬਣਦੀ ਆ, ਬਹੁਤ ਕੁਝ ਹੁੰਦਾ ਵੀ ਆ। ਪਰ ਪਤਾ ਸੰਜੀਵ ਜੀ ਗੱਲ ਕੀ ਆਉਂਦੀ ਆ, ਉਹ ਪਰ ਏਕੜ ਦੇ ਵਿੱਚੋਂ ਨਾ ਉਹ ਮਸਾਂ 300-400 ਰੁਪਈਆ ਪਰ ਏਕੜ ਦੀ ਜਿਹੜੀ ਉਹ ਖਰੀਦਦੇ ਆ। ਹੁਣ ਤੁਸੀਂ ਲੈ ਕੇ ਜਾਣੀ ਉੱਥੇ, ਜਾਂ ਤਾਂ ਫਿਰ ਇਦਾਂ ਹੋਵੇ ਨਾ ਜਿਹੜੇ ਬਿਜਲੀ ਬਣਾਉਂਦੇ ਆ ਉਹ ਲਿਫਟਿੰਗ ਦਾ ਕੰਮ ਆਪ ਕਰ ਲੈਣ, ਆਪ ਕਰ ਲੈਣ। ਇਹਦੇ ਵਿੱਚ ਵੀ ਬਹੁਤ ਝਮੇਲਾ ਆ। ਕਿਸਾਨ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ, ਤੁਸੀਂ ਇੱਕ ਵਾਰ ਦੇਖੋ, ਔਰ ਐਕਸਪਰਟ ਵੀ ਮੰਨਦੇ ਆ ਵੀ ਉਹ ਸਹੀ ਆ। ਤਾਂ ਆਪਾਂ ਦੇਖਦੇ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਿਹੜੀ ਆ, ਉਹਨਾਂ ਨੇ ਕਿਹਾ ਵੀ 4-5 ਸਾਲ ਲੱਗਣਗੇ, ਇਹ ਹੋ ਜਾਊਗਾ ਸੈੱਟ। ਪਰ ਇਹ ਹੈ ਕਿ ਜੇ ਇਹਨੂੰ ਸੈੱਟ ਕਰਨਾ ਹੋਵੇ ਤੇ ਪੋਲੀਟੀਕਲ ਵਿਲ ਚਾਹੀਦੀ, ਪੋਲੀਟੀਕਲ ਵਿਲ ਚਾਹੀਦੀ। ਜਿੱਥੇ ਕਰੋੜਾਂ ਦੇ ਘਪਲੇ ਹੁੰਦੇ ਹੋਣ, ਜਿੱਥੇ ਵਾਕਈ ਜਿਹੜੀ ਫਾਈਲ ਕਰੋੜਾਂ ਦੇ ਘਪਲੇ ਹੋਣ, ਤੁਸੀਂ ਕਹਿ ਨਹੀਂ ਸਕਦੇ ਵੀ ਹੈਗਾ ਵੀ ਇਹ ਬਹੁਤ ਜਲਦੀ ਹੋ ਜਾਊਗਾ, ਕਿਉਂਕਿ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਕਿਹੜੀ ਚੀਜ਼ ਹੋਣੀ ਆ। ਧਿਆਨ ਤਾਂ ਘਪਲਿਆਂ ਵੱਲ ਹੈ ਜੀ, ਇੱਧਰ ਤਾਂ ਧਿਆਨ ਹੈ ਹੀ ਨਹੀਂ ਕਿ ਕਿਸਾਨੀ ਦਾ ਹਾਲ ਕੀ ਆ। ਹੁਣ ਘਪਲਿਆਂ ਦੀ ਗੱਲ ਸੁਣ ਲਓ ਕਿ ਜਿਹੜੇ ਆਪਣੇ ਇੱਕ AIG ਸਾਹਿਬ ਨੇ, ਕਪੂਰ ਸਾਹਿਬ, ਉਹਨਾਂ ਦਾ ਪੂਰਾ ਨਾਮ ਚੇਤੇ ਨਹੀਂ ਆ ਰਿਹਾ, ਆਸ਼ੀਸ਼ ਕਪੂਰ ਜੀ, 1 ਕਰੋੜ ਦੀ ਰਿਸ਼ਵਤ ਲੈਂਦੇ ਹੋਏ। 1 ਕਰੋੜ ਬਹੁਤ ਜ਼ਿਆਦਾ ਹੁੰਦਾ ਆਸ਼ੀਸ਼ ਕਪੂਰ ਸਾਹਿਬ। ਤੇ ਇਸ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੀਆਂ ਕੁ ਲੈ ਚੁੱਕੇ ਹੋਣਗੇ, ਹਜੇ ਤਾਂ ਫੜੇ ਗਏ ਨੇ। ਅੱਛਾ, ਮਤਲਬ ਮੈਂ ਇਹ ਸੋਚਦਾ ਸੀਗਾ ਵੀ ਹੈ ਨਾ, ਵੀ ਪਤਾ ਹੀ ਨਹੀਂ ਲੱਗਦਾ, ਸਹੀ ਗੱਲ ਆ ਵੀ ਤੁਸੀਂ ਇਸ। ਪਰ ਨਾ ਇੱਕ ਗੱਲ ਹੋਰ ਵੀ ਵੇਖਣੀ ਹੁੰਦੀ ਆ ਵੀ ਤੁਸੀਂ ਜਦੋਂ ਕਹਿੰਦੇ ਹੁੰਦੇ ਨਾ ਵੀ ਸਮੁੰਦਰ 'ਚ ਰਹਿ ਰਹੇ ਆ ਤਾਂ ਫਿਰ ਮਗਰਮੱਛ ਨਾਲ ਵੈਰ ਨਹੀਂ ਕਰ ਸਕਦੇ, ਮਤਲਬ ਸਭ ਦੇ ਹਿੱਸੇ ਤੈਅ ਨੇ। ਉਹ ਕਿਤੇ ਨਾ ਕਿਤੇ ਹੁਣ ਬੜੀ ਜ਼ਿਆਦਾ ਜਿਹੜੀ ਆ ਉਹ ਗੱਲ ਆ। ਹੁਣ ਸੰਜੇ ਪੋਪਲੀ ਹੁਣਾਂ ਦਾ ਕੇਸ ਕਿੰਨਾ ਉਛਲਿਆ ਸੀ, ਦੇਖੋ ਜੀ, ਉਹ ਹੁਣ ਕੇਸ ਥੱਲੇ ਬਹਿ ਗਿਆ, ਔਰ ਬੇਟੇ ਦੀ ਕਤਲ ਦਾ ਵੀ ਵਿੱਚ ਜੁੜ ਗਿਆ ਸੀ, ਕੇਸ ਦਾ ਜੁੜਿਆ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਪਤਾ ਹੀ ਨਹੀਂ ਲੱਗਦਾ ਵੀ ਕਿੱਧਰੋਂ ਕਿੱਧਰ ਜਾਣੀਆਂ। ਅਸੀਂ ਬੜੇ ਕਰਪਟ ਹੋ ਗਏ, ਅੰਦਰ ਤੱਕ ਕਰਪਟ ਹੋ ਗਏ ਆ। ਹੁਣ ਕਪੂਰ ਸਾਹਿਬ ਦਾ ਕੇਸ ਵੀ ਇੱਦਾਂ ਪਿਛਲੇ ਦਿਨਾਂ ਤੋਂ ਲਾਈਮਲਾਈਟ 'ਚ ਆ, ਪਰ ਥੋੜ੍ਹੇ ਦਿਨਾਂ ਬਾਅਦ ਸਾਨੂੰ ਪਤਾ ਹੀ ਨਹੀਂ ਲੱਗਣਾ ਇਹ ਕਿੱਥੇ ਗਿਆ, ਕਿੱਦਾਂ ਹੋਇਆ, ਕੀ ਹਿਸਾਬ ਕਿਤਾਬ ਹੋਇਆ। ਉਹ ਅੰਦਰ ਖਾਤੇ ਸੈਟਲਮੈਂਟਾਂ ਹੋ ਜਾਣਗੀਆਂ। ਕੋਈ ASI ਵੀ ਨਾਲ ਇਨਵੋਲਵਡ ਆ, ਪੂਰਾ ਗਰੁੱਪ ਹੈ। ਵੈਸੇ ਮੈਂ ਇੱਕ ਸੋਚਦਾ ਹੁੰਦਾ ਖੈਰਾ ਸਾਹਿਬ, ਇੱਕ ਬਹੁਤ ਵੱਡਾ ਕਲੱਬ ਹੈ। ਨਹੀਂ, ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਦੇਖੋ ASI, ਫਿਰ ਕੋਈ ਥੱਲੇ ਛੋਟੇ ਲੈਵਲ ਦਾ ਇੰਸਪੈਕਟਰ ਸਭ ਨਿਕਲ ਆਉਣੇ ਆ। ਮੈਂ ਇਹ ਸੋਚਦਾ ਇੱਕ ਬਹੁਤ ਵੱਡਾ ਕਲੱਬ ਹੈ ਜੋ ਇਹ ਕੰਮ ਕਰਦਾ, ਸਾਰੇ ਧੰਦੇ ਕਿੱਦਾਂ ਘਪਲੇ ਕਰਨੇ ਨੇ, ਕਿੱਦਾਂ ਊਚ ਨੀਚ ਕਰਨਾ ਹੈ, ਕਿੱਦਾਂ ਸਾਰੀ ਸੈਟਲਮੈਂਟਸ ਕਰਨੀਆਂ ਨੇ। ਇਹ ਬਹੁਤ ਵੱਡਾ ਕਲੱਬ ਹੈ ਜਿਹੜਾ ਕੰਟਰੋਲ ਕਰਦਾ। ਪਰ ਉਸ ਕਲੱਬ ਦੇ ਵਿੱਚ ਜੋ ਅਸੀਂ ਆਮ ਲੋਕ ਆ, ਸਾਡੀ ਐਂਟਰੀ ਨਹੀਂ ਹੈਗੀ, ਤੁਹਾਡੀ ਤੇ ਮੇਰੀ ਐਂਟਰੀ ਨਹੀਂ ਹੈਗੀ। ਅਸੀਂ ਇਹਨਾਂ ਨੂੰ ਡਿਸਕਸ ਕਰ ਸਕਦੇ ਆ ਤੇ ਕਹਿ ਸਕਦੇ ਆ ਸਾਡੀ ਜਨਤਾ ਨੂੰ ਕਿ ਜਾਗਰੂਕ ਹੋਵੋ ਬਈ, ਇਕੱਠੇ ਹੋ ਜਾਓ, ਕਿਉਂਕਿ ਇਹਦਾ ਇਲਾਜ ਇੱਕੋ ਹੀ ਚੀਜ਼ ਆ ਕਿ ਤੁਸੀਂ ਇਕੱਠੇ ਹੋਵੋਗੇ। ਜਿੱਥੇ ਕੈਪੀਟਲਿਜ਼ਮ ਖੜਾ ਹੋਏਗਾ ਨਾ, ਉੱਥੇ ਮਜ਼ਦੂਰਾਂ ਦੀ ਜਮਾਤ ਨੂੰ ਇਕੱਠਾ ਹੋਣਾ ਪਏਗਾ, ਤਾਂ ਕੈਪੀਟਲਿਜ਼ਮ ਨੂੰ ਆਪਣੇ ਆਪ ਚੈਲੰਜ ਮਿਲੇਗਾ। ਇਹ ਕੈਪੀਟਲਿਜ਼ਮ ਦਾ ਹੀ ਰੂਪ ਹੈ। ਵਾਕਈ। ਅੱਛਾ, ਮੈਂ ਵੀ ਇੱਕ ਖਬਰ ਤੁਹਾਨੂੰ ਦੱਸਦਾ। ਤੁਸੀਂ ਸੁਣਿਆ ਹੋਣਾ ਵੀ ਸਵੇਰੇ ED ਨੇ ਛਾਪੇਮਾਰੀ ਕਰ ਲਈ ਆ ਫਰੀਦਕੋਟ ਦੇ ਵਿੱਚ। ਜੀ। ਤਕਰੀਬਨ ਸਵੇਰੇ 7-8 ਵਜੇ ਹੋ ਗਏ ਨੇ। ਇਹ ਉਹ ਕਾਰੋਬਾਰੀ ਦੇ ਘਰ ਹੋਈ ਆ ਜਿਹਦੀ ਆਪਾਂ ਕਹਿੰਦੇ ਆ ਵੀ ਅਕਾਲੀਆਂ ਦੇ ਟਾਈਮ ਵੀ ਬੜੀ ਗੱਲ ਹੁੰਦੀ ਸੀਗੀ, ਦੀਪ ਮਲਹੋਤਰਾ ਜੀ। ਆਹੀ ਕਹਿੰਦੇ ਸੀ ਵੀ ਬੜਿੰਗ ਸਾਹਿਬ ਬੜਾ ਕਹਿੰਦੇ ਹੁੰਦੇ ਵੀ ਦੀਪ ਮਲਹੋਤਰਾ ਦੀਆਂ ਬੱਸਾਂ ਨੂੰ ਇਹਨਾਂ ਨੇ ਐ ਕਰਤਾ, ਫਲਾਨਾ ਕਰਤਾ, ਜੋਂ ਕਰਤਾ। ਬੜਾ ਤਕੜੇ ਕਾਰੋਬਾਰੀ ਆ, ਲਿਕਰ ਕਾਰੋਬਾਰ ਅਸੀਂ ਉਹਨੂੰ ਕਹਿੰਦੇ ਹਾਂ, ਲਿਕਰ ਕਾਰੋਬਾਰ ਆ। 5 ਸਟਾਰ ਹੋਟਲਸ ਨੇ ਉਹਨਾਂ ਦੇ ਦਿੱਲੀ ਦੇ ਵਿੱਚ, ਇੱਥੇ ਪੰਜਾਬ ਦੇ ਵਿੱਚ, ਅੰਬਾਲਾ, ਚੰਡੀਗੜ੍ਹ, ਇੱਦਾਂ। ਹੁਣ ED ਜਿਹੜੀ ਆ ਉਹਨਾਂ ਦੇ ਮਗਰ ਲਾ ਦਿੱਤੀ। ਕਿਹਾ ਜਾਂਦਾ ਸੀ ਵੀ ਇਹ ਆਮ ਆਦਮੀ ਪਾਰਟੀ ਦੇ ਬੜੇ ਨਜ਼ਦੀਕੀ ਨੇ। ਸੋ ਆਮ ਆਦਮੀ ਪਾਰਟੀ ਦੇ ਨਜ਼ਦੀਕੀ ਨੇ ਤਾਂ ਸੈਂਟਰ ਵਾਲੇ ਕਹਿੰਦੇ ਜੀ, ਹੁਣ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਇਹ ਸਾਡੇ ਨਜ਼ਦੀਕੀ ਕਹੇ ਜਾਂਦੇ, ਇਸ ਕਰਕੇ ਹੁਣ ਇਹਨਾਂ ਦੇ ਮਗਰ ED ਲਾ ਦਿੰਦੀ ਹੈ। ਚਾਹੇ ਹਾਲਾਂਕਿ ਹਲੇ ਕੁਝ ਲੱਭਾ ਨਹੀਂ ਆ। ਫਰੀਦਕੋਟ ਦਾ ਉਹਨਾਂ ਦਾ ਜਿਹੜਾ ਘਰ ਵਾ, ਉੱਥੇ ਉਹ ਫੈਮਿਲੀ ਰਹਿੰਦੀ ਨਹੀਂ ਕਾਫੀ ਸਾਲਾਂ ਤੋਂ ਉੱਥੇ, ਕਿਉਂਕਿ ਹੁਣ ਐਡਾ ਵੱਡਾ ਕਾਰੋਬਾਰੀ ਹੋਵੇ ਤਾਂ ਫਰੀਦਕੋਟ ਰਹਿ ਕੇ ਸਰਦਾ ਨਹੀਂ ਨਾ ਫਿਰ। ਤੇ ਉਹ ਫਿਰ ਹਾਲੇ ਤੱਕ ਇਹਨੂੰ ਪੋਲੀਟੀਕਲ ਐਂਗਲਸ ਦੇ ਨਾਲ ਹੀ ਦੇਖਿਆ ਜਾਂਦਾ ਵੀ ਕੀ ਹੋ ਰਿਹਾ, ਕਿਉਂ ਹੋ ਰਿਹਾ। ਕਿਉਂਕਿ ਬੈਲਟ ਉਹਨਾਂ ਦੀ ਉਹ ਲੱਗਦੀ ਹੈ ਨਾ ਵੀ ਮਾਲਵੇ ਵਾਲੀ ਸਾਈਡ ਆ, ਤੇ ਮਾਲਵਾ ਫਿਰ ਹਰਿਆਣੇ ਤੇ ਰਾਜਸਥਾਨ ਦੇ ਨੇੜੇ ਪੈ ਜਾਂਦਾ। ਹੋ ਸਕਦਾ ਨਾ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਮਾਮਲੇ ਨੇ ਅੰਦਰ ਸੈਟਲਮੈਂਟਸ ਹੋਣੀਆਂ ਨੇ, ਉਹ ਸੈਟਲਮੈਂਟਸ ਹੋ ਜਾਣਗੀਆਂ ਤੇ ਸਭ ਸੁਲਝ ਜਾਣਾ, ਫਿਰ ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਇਹ ਨਿਊਜ਼ ਕਦੀ ਹੋਈ ਵੀ ਸੀ। ਇਹ ਵੀ ਹੋ ਸਕਦਾ। ਇਹ ਵਾਕਈ ਦੀ ਗੱਲ ਤੇ ਬਿਲਕੁਲ ਦਰੁਸਤ ਆ। ਠੀਕ ਹੈ ਨਾ, ਕੁਝ ਨਹੀਂ ਪਤਾ ਲੱਗਦਾ, ਬਸ ਇਹ ਥੋੜੇ ਦਿਨ ਬਾਅਦ ਸਭ ਕੁਝ ਗਾਇਬ ਹੋ ਜਾਂਦਾ ਹੈ। ਉਹ ਜਿਸ ਤਰ੍ਹਾਂ ਉਹ ਨਹੀਂ ਹੁੰਦਾ, ਸੋਡੇ ਦੀ ਬੋਤਲ ਖੋਲੋ ਤੇ ਇੱਕਦਮ ਨਿਕਲਦਾ ਗੈਸ ਔਰ ਸਭ ਕੁਝ, ਉਹ ਕਮਾਲ ਹੋ ਗਿਆ। ਉਹ ਗੈਸ ਨਿਕਲ ਗਈ, ਸਾਰੀ ਝੱਗ ਬਹਿ ਗਈ, ਗੱਲ ਖਤਮ ਹੋ ਗਈ। ਸੋ ਇਦਾਂ ਹੀ ਚੱਲਦਾ ਰਿਹਾ। ਆਹ ਦੇਖੋ ਇਹਦਾ ਕੀ ਬਣਦਾ। ਸੋ ਅਗਲਾ ਮੈਟਰ ਆਪਾਂ ਲੈਂਦੇ ਹਾਂ ਕਿ ਸਿਵਲ ਹਸਪਤਾਲ ਦੇ ਡਾਕਟਰ ਹੁਣ ਪ੍ਰਾਈਵੇਟ ਕੰਪਨੀਆਂ ਦੀਆਂ ਦਵਾਈਆਂ ਨੂੰ ਪ੍ਰੈਸਕ੍ਰਿਪਸ਼ਨ ਨਹੀਂ ਦੇ ਸਕਣਗੇ। ਜੇ ਇੱਦਾਂ ਦਿੱਤੀ ਤੇ ਫਿਰ ਗਵਰਨਮੈਂਟ ਵੱਲੋਂ ਉਹਨਾਂ ਦੇ ਉੱਤੇ ਐਕਸ਼ਨ ਹੋਏਗਾ। ਦੇਖੋ, ਪਹਿਲੀ ਗੱਲ ਤੇ ਸਾਰੀਆਂ ਦਵਾਈਆਂ ਜਿਹੜੀਆਂ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਹੁੰਦੀਆਂ ਹੀ ਨਹੀਂ ਆ।
ਐਗਜ਼ੈਕਟਲੀ ਔਰ ਜਿਹੜੀ ਤੁਸੀਂ ਕਹਿੰਦੇ ਆ ਕਿ ਬੜੀ ਕੁਆਲਿਟੀਜ਼ ਦਵਾਈਆਂ ਨੇ ਜਿਹੜੀਆਂ ਬੜੀਆਂ ਉੱਥੋਂ ਚੱਲਦੀਆਂ, ਉਹ ਵੀ ਨਹੀਂ ਹੁੰਦੀਆਂ। ਮੈਂ ਤੁਹਾਨੂੰ ਦੱਸਦਾ ਕਿ ਛੋਟੀ ਜਿਹੀ ਗੱਲ ਸੀ ਕਿ ਕੋਈ ਮੇਰੇ ਗੁਆਂਢ ਦੇ ਵਿੱਚ ਬਿਮਾਰ ਹੋ ਗਿਆ ਤੇ ਕਪੂਰਥਲਾ ਦੇ ਵਿੱਚ ਸੀਗਾ, ਅਸੀਂ ਕਿਹਾ ਵੀ ਚਲੋ ਸਰਕਾਰੀ ਹਸਪਤਾਲ ਲੈ ਜਾਂਦੇ ਆ। ਉੱਥੇ ਲੈ ਗਏ ਆ ਤੇ ਸ਼ੂਗਰ ਸੀਗੀ ਸ਼ੂਟ ਹੋ ਗਈ। ਉਹਨਾਂ ਕੋਲੇ ਸ਼ੂਗਰ ਚੈੱਕ ਕਰਨ ਵਾਲੀਆਂ ਨੀਡਲਸ ਨਹੀਂ ਸੀ, ਉਹ ਜਿਹੜੀਆਂ ਹੁੰਦੀਆਂ ਲਿਟਮਸ ਪੇਪਰ, ਹਾਂ ਪੇਪਰ ਨਹੀਂ ਸੀ ਉਹਨਾਂ ਕੋਲੇ। ਉਹ ਅਸੀਂ ਬਾਹਰੋਂ ਲੈਣ ਗਏ ਤਾਂ ਉਹ ਦੇਖੋ ਫਿਰ ਤੁਸੀਂ ਹਿਸਾਬ ਲਾ ਲਓ ਕਿ ਫਿਰ ਉਹ ਪ੍ਰਾਈਵੇਟ ਤੋਂ ਲਈਆਂ ਸੀ, ਪ੍ਰਾਈਵੇਟ ਤੋਂ ਲਈਏ। ਹੁਣ ਉਹ ਜਿਹੜੀ ਸਕੀਮ ਵੀ ਹੈਗੀ, ਜਿਹੜੀ ਪ੍ਰਧਾਨ ਮੰਤਰੀ ਯੋਜਨਾ ਹੈਗੀ ਹੈ, ਮੈਡੀਕਲ ਫੈਸਿਲਿਟੀ ਦਿੱਤੀ ਹੋਈ ਹੈ ਦਵਾਈਆਂ ਦੀ, ਆਯੁਸ਼ਮਾਨ ਭਾਰਤ ਤੇ ਉਹਨਾਂ ਵਾਸਤੇ ਹੈ ਨਾ ਜਿਹੜੇ ਆਪਰੇਸ਼ਨਸ ਕਰਵਾਉਣੇ ਹੋਣ। ਮੈਡੀਸਿਨਸ ਵਾਸਤੇ ਪ੍ਰਧਾਨ ਮੰਤਰੀ ਸਕੀਮ ਹੈਗੀ ਹੈ, ਜੋ ਮੈਡੀਸਿਨਸ ਵਾਸਤੇ ਹੈਗੀ, ਸਸਤੀਆਂ ਦਵਾਈਆਂ ਮਿਲਦੀਆਂ ਨੇ। ਹੁਣ ਉੱਥੇ ਜਦੋਂ ਜੈਨਰਿਕ ਦਵਾਈਆਂ ਜਿਹਨੂੰ ਅਸੀਂ ਕਹਿੰਦੇ ਹਾਂ, ਬਿਲਕੁਲ ਉੱਥੇ ਜਦੋਂ ਜਾਂਦੇ ਆ, ਆਯੁਸ਼ ਮੰਤਰਾਲੇ ਦੇ ਵਿੱਚ ਹਾਂ ਕੁਝ ਹੈ, ਉਹ ਸਾਰਾ ਕੁਝ ਉਹਨਾਂ ਨੇ ਇੱਕ ਬ੍ਰਾਂਚ ਖੋਲੀ ਹੋਈ ਹੈ, ਥਾਂ ਥਾਂ ਦੇ ਉੱਤੇ ਐਡਵਰਟਾਈਜ਼ਮੈਂਟਸ ਵੀ ਆਉਂਦੀਆਂ ਨੇ। ਹੁਣ ਉੱਥੇ ਜਾਓਗੇ ਤੇ ਜਿਹੜੀਆਂ ਡਾਕਟਰਸ ਨੇ ਦਵਾਈਆਂ ਦਿੱਤੀਆਂ ਉਹਦੇ ਸਾਲਟਸ ਮਿਲਾਉਣੇ ਸ਼ੁਰੂ ਕਰ ਦੇਣੇ ਕਿ ਸੇਮ ਸਾਲਟ ਦੀ ਸਾਡੇ ਕੋਲ ਹੈਗੀ ਕਿ ਨਹੀਂ, ਉਹ ਸਾਲਟਸ ਚੈੱਕ ਕਰਦੇ ਨੇ। ਉਹ ਤੁਹਾਨੂੰ ਵਹਿਮ ਪੈ ਜਾਂਦਾ ਕਿ ਯਾਰ ਮੈਂ ਸਸਤੀ ਦੇ ਚੱਕਰ 'ਚ ਕਿਤੇ ਆਪਣੇ ਬੰਦੇ ਦੇ ਕੋਈ ਸਿਹਤ ਨਾਲ ਨਾ ਖਿਲਵਾੜ ਕਰ ਬੈਠਾ, ਭਾਜੀ ਰਹਿਣ ਦਿਓ, ਤੁਸੀਂ ਸਾਲਟ ਹੀ ਮਿਲਾਓਗੇ, ਪਤਾ ਨਹੀਂ ਕਦੋਂ ਤੱਕ ਤੁਸੀਂ ਸਾਲਟ ਮਿਲਾਉਂਦੇ ਰਹੋਗੇ। ਪਰ ਅਦਰਵਾਈਜ਼ ਕੋਈ ਫਰਕ ਬਿਲਕੁਲ ਨਹੀਂ ਹੁੰਦਾ ਉਹਨਾਂ ਦਵਾਵਾਂ ਦੇ ਵਿੱਚ। ਅਸੀਂ ਨਾ ਬਹੁਤ ਜ਼ਿਆਦਾ ਸਾਨੂੰ ਕੌਨਸ਼ੀਅਸ ਹੋਏ, ਸਾਨੂੰ ਲੱਗਦਾ ਬ੍ਰਾਂਡਡ ਚੀਜ਼ਾਂ ਤੇ ਵਧੀਆ ਹੀ ਹੋਊਗੀ। ਬਿਲਕੁਲ ਸਹੀ ਗੱਲ ਹੈ। ਔਰ ਦੂਜਾ ਸਾਨੂੰ ਇਹ ਵੀ ਪਤਾ ਨਾ ਨਕਲੀ ਦਵਾਈਆਂ ਬਹੁਤ ਨੇ, ਕਿਤੇ ਵਿਸ਼ਵਾਸ ਕਰੋਗੇ। ਪਰ ਹੋ ਸਕਦਾ ਉੱਥੇ ਸਹੀ ਵੀ ਹੋਵੇ, ਪਰ ਉਹ ਬੰਦੇ ਨੂੰ ਸਾਲਟਸ ਦਾ ਪਤਾ ਤਾਂ ਲੱਗੇ, ਉਹ ਗੂਗਲ ਕਰਕੇ ਦੇਖਦਾ, ਗੂਗਲ ਕਰਕੇ ਦੇਖ ਰਿਹਾ ਹੁੰਦਾ। ਵਾਕਈ ਗੱਲਾਂ ਨੇ। ਤੇ ਚਲੋ ਹੁਣ ਆਪਾਂ ਅੱਗੇ ਵਧਦੇ ਹਾਂ। ਵੈਸੇ ਤੁਸੀਂ ਤਾਂ ਹੁਣ ਵਿਆਹ ਤੇ ਵੀ ਜਾਣਾ ਹੋਏਗਾ। ਵਾਕਈ ਮੈਂ ਵਿਆਹ ਤੇ ਜਾਣਾ ਹੈ, ਔਰ ਇੱਥੋਂ ਥੋੜਾ ਲੇਟ ਜਾਊਂਗਾ, ਕੰਮ ਕਰਕੇ ਫਿਰ ਜਾਊਂਗਾ। ਕਿਹੜਾ ਵਿਆਹ ਹੈ? ਵਿਆਹ ਨਹੀਂ ਰਿਸ਼ਤੇਦਾਰ 'ਚ ਹੀ ਹੈ, ਰਿਸ਼ਤੇਦਾਰ। ਮੈਂ ਸੋਚਿਆ ਕਿਤੇ ਉਹ ਨਰਿੰਦਰ ਭਰਾਜ ਜੀ ਦਾ ਹੈ, ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਨਾਂ ਦਾ ਵਿਆਹ ਹੋ ਰਿਹਾ ਤੇ ਤੁਸੀਂ ਉਹਨਾਂ ਦਾ ਵਿਆਹ ਹੋ ਚੁੱਕਾ, ਬੜੇ ਸਿੰਪਲ ਢੰਗ ਨਾਲ ਕੀਤਾ। ਔਰ ਮੈਨੂੰ ਲੱਗਦਾ ਵੀ ਜਦੋਂ ਇਦਾਂ ਦੀਆਂ ਹਸਤੀਆਂ ਵਾਕਈ ਸਿੰਪਲ ਢੰਗ ਨਾਲ ਕਰਨ ਔਰ ਵਾਕਈ ਸਿੰਪਲ ਰਹਿਣ ਦੇਣ, ਇਹ ਨਾ ਹੋਵੇ ਕਿ ਰਾਤ ਵਾਲਾ ਰਿਸੈਪਸ਼ਨ ਇਦਾਂ ਦਾ ਹੋਵੇ ਕਿ ਜਿਹਨੂੰ ਅਸੀਂ ਦੇਖ ਕੇ ਸਾਡੀਆਂ ਅੱਖਾਂ ਚੁੰਦੇ ਆ ਜਾਣ। ਜੇ ਇਦਾਂ ਦਾ ਹੋਣਾ ਤਾਂ ਇੱਕ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ। ਮੈਂ ਤਾਂ ਸੋਚਿਆ ਜੇ ਚੱਲੇ ਹੋ ਤੇ ਮੈਂ ਵੀ ਨਾਲ ਚੱਲਾਂ, ਮੈਂ ਵੀ ਰੌਣਕਾਂ ਦੇਖ ਆਊਂਗਾ। ਫਿਲਹਾਲ ਅਸੀਂ ਚੱਲਦੇ ਹਾਂ, ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।